भी आखना भी तेनों काम है कोई अफसरां दे नाल भी तूं चुक के लै जाना अखां बन लैणियां इन्हां दियां ते फिर उन्हां नूं लै जांदे हुंदे ही आंदे 4 गोलियां इन्हां नूं मारियां जे उन्हां ने 2 मत्थे 'च ते 2 कलेजे 'च मारियां। ਇਹ ਸਾਡੇ ਡੈਡੀ ਨੇ ਦੱਸੀ ਜੇ ਸਹੁਰੇ ਸਾਹਿਬ ਨੇ ਮੇਰੇ ਨੇ ਵੀ ਬਚਨੋ ਚੁੱਪ ਕਰਕੇ ਬਹਿ ਜਾ ਹੁਣ ਤੇਰਾ ਬੇਟਾ ਉਹਨਾਂ ਨੇ ਸ਼ਹੀਦ ਕਰ ਦਿੱਤਾ ਹੀ ਤੇ ਤੂੰ ਹੁਣ ਰਮਾਨ ਨਾਲ ਬਹਿ ਜਾ। ਡੈਡੀ ਰੋਜ਼ ਅਖਬਾਰ ਅੱਡੇ ਤੇ ਪੜ੍ਹਨ ਜਾਂਦੇ ਸੀ ਨਾ ਕਾਲੇ ਫਗਾਨੇ ਇਸ ਤਰ੍ਹਾਂ ਮੇਰੀ ਨਿਊਜ਼ ਗਈ ਹੈ ਉਹਨਾਂ ਨੇ ਫਿਰ ਮੇਰਾ ਕੇਸ ਚੁੱਕਿਆ। ਉਹ ਮੈਨੂੰ ਫਿਰ ਅੰਮ੍ਰਿਤਸਰ ਵੀ ਬੁਲਾਉਂਦੇ ਰਹੇ ਨੇ ਅੰਮ੍ਰਿਤਸਰ ਵੀ ਉਹਨਾਂ ਨੇ ਬੜੀਆਂ ਮੀਟਿੰਗਾਂ ਇੱਦਾਂ ਕੀਤੀਆਂ ਮੇਰੇ ਨਾਲ ਤੇ ਵੀ ਇਹਨਾਂ ਨੂੰ ਇਨਸਾਫ ਦੇ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਮੇਰੀ ਰਿਟ ਲਾਈ ਹੈ ਫਿਰ ਇਹਨਾਂ ਨੇ ਵੀ ਮੇਰਾ ਵਕੀਲ ਕੀਤਾ ਤੇ ਵਕੀਲ ਨੇ ਵੀ ਮੇਰਾ ਕੇਸ ਗਾਂਹ ਚੁੱਕਿਆ ਜੇ। ਅੱਛਾ ਪਰ ਹੁਣ ਮੈਨੂੰ ਕਹਿੰਦੇ ਨੇ ਵੀ ਤੂੰ ਰਾਜੀਨਾਮਾ ਕਰ ਲਾ ਤੇ ਤੂੰ ਕਰੋੜ ਰੁਪਈਆ ਲੈ ਲਾ ਤੇ ਤੂੰ ਚੁੱਪ ਕਰਕੇ ਬਹਿ ਜਾ ਸਾਈਨ ਕਰ ਦੇ। ਮੈਨੂੰ ਇਹੋ ਹੀ ਕਿ ਮੈਨੂੰ ਲਾਸ਼ ਹੀ ਦੇ ਦਿੰਦੇ ਮੈਂ ਉਹਦਾ ਸੰਸਕਾਰ ਕਰ ਲੈਂਦੀ ਆਪਣੇ ਹੱਥੀ ਉਹਨਾਂ ਦਾ ਭੋਗ ਪਾ ਲੈਂਦੀ। ਅਜੇ ਤੱਕ ਮੈਂ ਉਹਨਾਂ ਦਾ ਭੋਗ ਨਹੀਂ ਜੇ ਪਾਇਆ ਹੈਗਾ। ਨਹੀਂ ਹੁਣ ਤੇ ਇਹ ਗੱਲ ਕਲੀਅਰ ਹੋ ਗਈ ਕਿ ਉਸ ਦੁਨੀਆ 'ਚ ਨਹੀਂ ਰਹੇ ਹੁਣ ਤੇ ਭੋਗ ਪਾਉਣਾ ਚਾਹੀਦਾ ਸੀਗਾ। ਪਰ ਭਾਜੀ ਅਸੀਂ ਇਹੋ ਆਨੇ ਵੀ ਸਾਨੂੰ ਪਹਿਲੋਂ ਇਨਸਾਫ ਮਿਲੇ ਤੇ ਫਿਰ ਅਸੀਂ ਬਾਅਦ 'ਚ ਭੋਗ ਪਾਵਾਂਗੇ ਉਹਨਾਂ ਦਾ। ਤੁਸੀਂ ਸੁਣੋ ਵੀ ਕਿਵੇਂ ਭਾਈ ਸੁਖਪਾਲ ਸਿੰਘ ਦੇ ਛੋਟੇ ਭਰਾ ਦੇ ਨਾਲ ਜਿਹੜੀ ਆ ਉਹ ਗੱਲਬਾਤ ਹੋ ਰਹੀ ਆ ਕਿਸੇ ਸ਼ਖਸ ਦੀ ਤੇ ਉਹ ਆਫਰ ਕਰ ਰਿਹਾ ਵੀ ਜੇ ਤੁਸੀਂ ਇਸ ਕੇਸ 'ਚੋਂ ਰਾਜੀਨਾਮਾ ਕਰ ਲਓ ਤੇ ਤੁਹਾਨੂੰ 1 ਕਰੋੜ ਜਿਹੜੀ ਆ 1 ਕਰੋੜ ਮੈਂ ਦਵਾ ਦਿੰਦਾ। ਅੱਛਾ ਤੇ ਗੱਲ ਸੁਣ ਹਾਂ ਮੈਨੂੰ ਇੱਕ ਫੋਨ ਆਇਆ ਸੀ ਇੱਕ ਆਪਣੇ ਬੰਦੇ ਦਾ ਹਾਂ ਉਹ ਮੈਨੂੰ ਕਹਿੰਦੇ ਸੀ ਤੇ ਉਹਦੀ ਨਾ ਉਹਨਾਂ ਨਾਲ ਜਿਹੜਾ ਮਤਲਬ ਜਿਨ੍ਹਾਂ ਨੇ ਆਪਣੇ ਸੁਖਪਾਲ ਨਾਲ ਕੀਤਾ ਸੀ ਉਹ ਬੰਦੇ ਨਾਲ ਉਹਦੀ ਗੱਲਬਾਤ ਹੈਗੀ ਹੈ। ਮੈਨੂੰ ਉਹ ਬੰਦੇ ਨੇ ਫੋਨ ਕੀਤਾ ਸੀ ਕਹਿੰਦਾ ਸੀ ਵੀ ਤੇ ਭਾਜੀ ਤੇ ਜੇ ਉਹਨਾਂ ਨੂੰ ਮੰਨ ਲਓ ਸਜ਼ਾ ਹੋ ਜਾਂਦੀ ਹੈ ਪਰ ਤੇ ਕਹਿੰਦਾ ਉਹ ਬੜੀ ਹਾਈ ਫਾਈ ਲੈਵਲ ਤੇ ਨੇ ਸਜ਼ਾ ਨਹੀਂ ਹੋਣੀ ਹਾਂ ਜੇ ਬਾਈ ਚਾਂਸ ਹੋ ਵੀ ਜਾਂਦੀ ਹੈ ਤੇ ਇਸ ਪਰਿਵਾਰ ਨੂੰ ਕੀ ਮਿਲਣਾ ਹੈ ਤੋ ਇਹ ਡੀਆਈਜੀ ਮੇਰੇ ਖਿਆਲ ਜਿਹੜਾ ਜਿਹਦਾ ਆਪਣਾ ਕੇਸ ਚੱਲਦਾ ਪਿਆ ਹਨਾ ਡੀਆਈਜੀ ਕੀ ਨਾਂ ਇਹਦਾ ਉਮਰਾਨਾ ਹਾਂ ਡੀਆਈਜੀ ਨੇ ਹੁਣ ਮੌਕੇ ਤੇ ਹਾਂ ਤੇ ਕਹਿੰਦਾ ਇਹ ਵੀ ਚਲੋ ਮੈਂ ਡੀਆਈਜੀ ਸਾਹਿਬ ਨਾਲ ਗੱਲ ਕਰ ਲੈਣਾ ਵੀ ਇੰਨੇ ਪੈਸੇ ਭਰ ਦੇ। ਮੈਂ ਉਧਰ ਇਸ ਵਿਸ਼ੇ ਦੀ ਗੱਲ ਕੀਤੀ ਮੈਂ ਕਿ ਚਲੋ ਕਰੋੜ ਖੰਡ ਰੁਪਈਆ ਦੇ ਦੇਣਾ ਤੇ ਤੁਹਾਨੂੰ ਹੋਰ ਵੀ ਚਾਹੀਦਾ ਤੁਸੀਂ ਕੀ ਲੈਣਾ ਹੋਰ ਬੱਲੇ ਬੱਲੇ ਤੋਂ। ਮੇਰੀਆਂ ਅੱਖਾਂ ਸਾਹਮਣੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਮੈਂ ਪੈਸਿਆਂ ਨੂੰ ਕੀ ਕਰਨਾ ਹੋਰ ਭਾਵੇਂ ਮੇਰੇ ਕੋਲ ਕੋਈ ਜਾਇਦਾਦ ਨਾ ਰਹਿੰਦੀ ਮੇਰਾ ਬਾਜ ਨਾ ਗੁਜ਼ਰਦਾ ਉਹਦਾ ਨਾਮ ਮੈਂ ਬਾਜ ਸਿੰਘ ਰੱਖਿਆ ਸੀ। ਜਿਹੜਾ ਮੈਂ ਹੁਣ ਵਕੀਲ ਕੀਤਾ ਜੇ ਤੇ ਮੇਰੇ ਸਾਹਿਬ ਵਾਸਤੇ ਤੇ ਜਿਹੜਾ ਇੱਕ ਉੱਤੇ ਰੱਬ ਬੈਠਾ ਹੈ ਨਾ ਇਹ ਵੀ ਮੇਰੇ ਵਾਸਤੇ ਰੱਬ ਹੀ ਜੇ। ਮੈਂ ਉਹਨੂੰ ਪੁੱਤਰ ਮੰਨਦੀ ਆ ਤੇ ਪਰ ਮੇਰਾ ਬੜਾ ਆਦਰ ਮਾਣ ਕਰਦਾ ਜੇ ਬਹੁਤ ਮੇਰੀ ਮਦਦ ਕਰਦੇ ਨੇ ਉਹ। ਹੁਣ ਮੈਂ ਤੁਹਾਡਾ ਇੱਕ ਐਸੀ ਕੁਝ ਝਲਕਾਂ ਵਿਖਾਉਣ ਜਾ ਰਿਹਾ ਭਾਈ ਸੁਖਪਾਲ ਸਿੰਘ ਦੇ ਪਿਤਾ ਜੀ ਸਰਦਾਰ ਜਗੀਰ ਸਿੰਘ ਜੀ ਭਈ ਜਿਨ੍ਹਾਂ ਨੂੰ ਇੰਨਾ ਇੰਟੈਰੋਗੇਟ ਕੀਤਾ ਗਿਆ ਕਿ ਉਹਨਾਂ ਦੀਆਂ ਲੱਤਾਂ ਪੱਟਾਂ ਦੇ ਉੱਤੇ ਅੱਜ ਵੀ ਨਿਸ਼ਾਨ ਨੇ ਵੀ ਪੱਟ ਚੀਰ ਕੇ ਇਹ ਗੱਲਾਂ ਸੁਣਦੇ ਰਹੇ ਆ। ਜ਼ਿੰਦਗੀ ਦੇ ਵਿੱਚ ਧੀਆਂ ਨੂੰ ਆਪਣੇ ਬਾਪ ਨਾਲ ਨਾ ਇੱਕ ਖਾਸ ਮੋਹ ਲਗਾ ਹੁੰਦਾ। ਕੁੜੀਆਂ ਨਾਲ ਬਾਹਰ ਗੱਲਾਂ ਕਰਨੀਆਂ ਕਿ ਐਵੇਂ ਘਰ ਦੇ ਕਹਿੰਦੇ ਰਹਿੰਦੇ ਆ ਹੁਣ ਇਹ ਆ ਪਾਪਾ ਤੇ ਉਹਨਾਂ ਨੇ ਵਾਪਸ ਵੀ ਆ ਜਾਣਾ ਵਾ ਤੇ ਹੁਣ ਤੱਕ ਵੀ ਕਈ ਵਾਰ ਲੱਗਦਾ ਕਿ ਜਿੱਦਾਂ ਆ ਹੀ ਜਾਣਾ ਪਰ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਣਜੀਤਗੜ੍ਹ ਦੇ ਵਿੱਚ। ਇੱਥੇ ਇੱਕ ਪਰਿਵਾਰ ਰਹਿੰਦਾ ਜੀ ਸ਼ਹੀਦ ਭਾਈ ਸੁਖਪਾਲ ਸਿੰਘ ਸਨ ਆਫ ਜਗੀਰ ਸਿੰਘ ਜਿਨ੍ਹਾਂ ਦਾ ਜੱਦੀ ਪਿੰਡ ਸੀਗਾ ਜੀ ਕਾਲਾ ਅਫਗਾਨਾ। ਸੁਖਪਾਲ ਸਿੰਘ ਨੂੰ ਜੁਲਾਈ 1994 ਦੇ ਵਿੱਚ ਉਸ ਸਮੇਂ ਕੁਝ ਪੁਲਿਸ ਅਫਸਰਾਂ ਵੱਲੋਂ ਤੇ ਪੁਲਿਸ ਦੇ ਕੈਡਿਟਾਂ ਵੱਲੋਂ ਚੁੱਕ ਕੇ ਮਜੀਠਾ ਥਾਣੇ 'ਚ ਲਿਆ ਜਾਇਆ ਗਿਆ। ਉੱਥੋਂ ਫਿਰ ਉਹਨਾਂ ਨੂੰ ਕਿਤੇ ਲਾਪਤਾ ਕਰ ਦਿੱਤਾ ਗਿਆ। ਬਾਅਦ 'ਚ ਪਤਾ ਲੱਗਾ ਜੀ ਕਿਸੇ ਉੱਚ ਕੋਟੀ ਦੇ ਖਾੜਕੂ ਦੇ ਨਾਂ 'ਤੇ ਉਸ ਨੂੰ ਮਾਰ ਕੇ ਜਿਸ ਦਾ ਕਿ 20-25 ਲੱਖ ਰੁਪਈਆ ਇਨਾਮ ਸੀਗਾ ਤੇ ਸ਼ੋਅ ਇਹ ਕਰ ਦਿੱਤਾ ਕਿ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ। ਬਾਅਦ ਦੇ ਵਿੱਚ ਜਾਂਚ ਕਰਨ 'ਤੇ ਪਤਾ ਲੱਗਾ ਕਿ ਗੁਰਨਾਮ ਸਿੰਘ ਬੰਡਾਲਾ ਤੇ ਅੱਜ ਵੀ ਜਿਉਂਦਾ ਤੇ ਉਹਦੀ ਜਗ੍ਹਾ ਭਾਈ ਸੁਖਪਾਲ ਸਿੰਘ ਨੂੰ ਜਿਹੜਾ ਝੂਠੇ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ। ਇਹ ਕੇਸ ਅਜੇ ਅੰਡਰ ਟਰਾਇਲ ਹੈ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਹੈ ਜਿਹੜੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਕਿਤੇ ਨਾ ਕਿਤੇ IG
ਉਮਰਾਂ ਨੰਗਲ ਇਸ ਸਾਰੇ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ। ਆਓ ਪਰਿਵਾਰ ਦੇ ਨਾਲ ਗੱਲ ਕਰਦੇ ਹਾਂ ਕਿ ਕੀ ਕੁਝ ਹੋਇਆ ਬੀਤਿਆ ਤੇ ਕੀ ਪੋਜੀਸ਼ਨ ਹੈ ਕੇਸ ਦੀ ਸਾਰੀ, ਕੌਣ ਵਕੀਲ ਹੈ, ਕੀ ਪੋਜੀਸ਼ਨ ਆ, ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਾਂ ਉਹ ਤੁਹਾਨੂੰ ਮਿਲਾਉਂਦੇ ਹਾਂ ਜੀ ਸ਼ਹੀਦ ਭਾਈ ਸੁਖਪਾਲ ਸਿੰਘ ਦੇ ਪਰਿਵਾਰ ਦੇ ਨਾਲ। ਆਓ ਜੀ ਅਸੀਂ ਗੱਲਬਾਤ ਕਰਦੇ ਹਾਂ ਸ਼ਹੀਦ ਭਾਈ ਸੁਖਪਾਲ ਸਿੰਘ ਸੁੱਖਾ ਦੀ ਧਰਮ ਪਤਨੀ ਬੀਬੀ ਦਲਬੀਰ ਕੌਰ ਦੇ ਨਾਲ। ਭਾਈ ਸੁਖਪਾਲ ਸਿੰਘ ਸੁੱਖਾ ਸਨ ਆਫ ਸਰਦਾਰ ਜਗੀਰ ਸਿੰਘ ਪਿੰਡ ਕਾਲਾ ਅਫਗਾਨਾ, ਜਿਸ ਨੂੰ ਕਿ 7 ਜੁਲਾਈ 1994 ਨੂੰ ਪੁਲਿਸ ਨੇ ਤੇ ਪੁਲਿਸ ਕੈਟਾਂ ਨੇ, ਉਸ ਵਕਤ ਇੱਕ ਪੁਲਿਸ ਦਾ ਕੈਟ ਸੀ ਅਵਤਾਰ ਸਿੰਘ ਤਾਰੀ ਜਿਹੜਾ ਕਿ ਸੁਖਪਾਲ ਸਿੰਘ ਸੁੱਖਾ ਦਾ ਦੋਸਤ ਹੀ ਬਣਿਆ ਹੋਇਆ ਸੀ, ਇਹਨਾਂ ਸਾਰਿਆਂ ਨੇ ਘਰੋਂ ਹੀ ਚੁੱਕ ਕੇ ਤੇ ਮਜੀਠਾ ਪੁਲਿਸ ਦੇ ਹਵਾਲੇ ਜਿਹੜਾ ਉਦੋਂ ਇਸ ਨੂੰ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਇਹਦਾ ਕੋਈ ਥੋ ਪਤਾ ਨਹੀਂ ਲੱਗਾ, ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿਉਂਕਿ ਇਸ ਕੇਸ ਦੇ ਵਿੱਚ ਜਿਹੜੀ ਵਿਲੱਖਣਤਾ ਹੈ ਕਿ ਇੱਕ ਬਹੁਤ ਹੀ ਉੱਚ ਕੋਟੀ ਦੇ ਖਾੜਕੂ ਭਾਈ ਗੁਰਨਾਮ ਸਿੰਘ ਬੰਡਾਲਾ ਦੇ ਨਾਂ ਦੇ ਉੱਤੇ ਸੁਖਪਾਲ ਸਿੰਘ ਸੁੱਖਾ ਨੂੰ ਇੱਕ ਫੇਕ ਇਨਕਾਊਂਟਰ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਦਾ 25 ਲੱਖ ਰੁਪਏ ਦਾ ਉਸ ਸਮੇਂ ਕਹਿੰਦੇ ਵੀ ਇਨਾਮ ਸੀ ਤੇ ਉਹ ਵੀ ਜਿਹੜਾ ਉਹ ਲੈ ਲਿਆ ਗਿਆ। ਕਿਸੇ ਨਿਰਦੋਸ਼ ਬੰਦੇ ਨੂੰ ਕਿਸੇ ਵੱਡੇ ਖਾੜਕੂ ਦੇ ਨਾਂ ਦੇ ਉੱਤੇ ਇਹ ਮਾਰ ਦੇਣਾ, ਇਹ ਤੁਸੀਂ ਵੇਖੋ ਕਿ ਉਸ ਵਕਤ ਪੁਲਿਸ ਵਾਲਿਆਂ ਦੀ ਮਾਨਸਿਕਤਾ ਜਾਂ ਕਿਸ ਹੱਦ ਤੱਕ ਜਿਹੜੇ ਉਹ ਮਤਲਬ ਉਹ ਜਾ ਸਕਦੇ ਸੀਗੇ ਪੈਸੇ ਦੀ ਖਾਤਰ, ਅਹੁਦਿਆਂ ਦੀ ਖਾਤਰ। ਇਸ ਪਰਿਵਾਰ ਨਾਲ ਕੀ ਹੋਈ ਬੀਤੀ ਆ, ਆਓ ਗੱਲ ਕਰਦੇ ਹਾਂ ਭੈਣ ਜੀ ਦਲਬੀਰ ਕੌਰ ਦੇ ਨਾਲ ਵੀ ਕੀ ਕੁਝ ਹੋਇਆ ਇਹਨਾਂ ਪਰਿਵਾਰ ਦੇ ਨਾਲ ਤੇ ਕਿਵੇਂ ਅੱਜ ਵੀ, ਕਿਉਂਕਿ ਇਹ ਕੇਸ ਜਿਹੜਾ ਇਹ ਕੋਰਟ 'ਚ ਚੱਲ ਰਿਹਾ ਤੇ ਉਹਦੇ ਵਿੱਚ ਕੀ ਇਨਸਾਫ ਦੀ ਆਸ ਹੈ, ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਭ ਤੋਂ ਪਹਿਲਾਂ ਤਾਂ ਭੈਣ ਜੀ ਦੱਸਿਓ ਕਿ ਤੁਹਾਡਾ ਕਦੋਂ ਵਿਆਹ ਹੋਇਆ ਸੀਗਾ? ਮੇਰਾ 93 ਵਿੱਚ ਵਿਆਹ ਹੋਇਆ ਜੀ। ਅੱਛਾ ਜੀ, ਮਾਰਚ ਦੇ ਮਹੀਨੇ। ਠੀਕ। ਤੇ 94 ਵਿੱਚ ਵੀ ਇਹਨਾਂ ਨੂੰ ਖੜਿਆ ਜੇ 6 ਮਹੀਨੇ ਦੀ ਬੇਟੀ ਸੀ ਜਦੋਂ ਇਹਨਾਂ ਨੂੰ ਚੁੱਕ ਕੇ ਖੜਿਆ ਕਾਲਾ ਅਫਗਾਨਾ ਤੋਂ। ਅੱਛਾ, ਤੁਸੀਂ ਜਦੋਂ ਵਿਆਹੇ ਗਏ ਹੋ ਇਸ ਘਰ ਦੇ ਵਿੱਚ ਹਾਂਜੀ ਤੇ ਉੱਥੇ ਕਦੀ ਮਤਲਬ ਪੁਲਿਸ ਆਉਂਦੀ ਸੀ ਪਹਿਲਾਂ ਵੀ ਭਾਈ ਸੁਖਪਾਲ ਸਿੰਘ ਦੀ ਪੁੱਛਗਿੱਛ ਕਰਨ? ਹਾਂਜੀ ਹਾਂਜੀ, ਉਹਨਾਂ ਨੂੰ ਲੈ ਜਾਂਦੇ ਹੁੰਦੇ ਸੀ ਤੇ ਪਰ ਸ਼ਾਮ ਨੂੰ ਛੱਡ ਦਿੰਦੇ ਹੁੰਦੇ ਸੀ। ਆਖਣਾ ਵੀ ਤੈਨੂੰ ਕੰਮ ਹੈ ਕੋਈ ਅਫਸਰਾਂ ਦੇ ਨਾਲ ਵੀ ਤੂੰ ਚੁੱਕ ਕੇ ਲੈ ਜਾਣਾ, ਅੱਖਾਂ ਬੰਨ ਲੈਣੀਆਂ ਇਹਨਾਂ ਦੀਆਂ ਤੇ ਫਿਰ ਉਹਨਾਂ ਨੂੰ ਲੈ ਜਾਂਦੇ ਹੁੰਦੇ ਸੀ ਤੇ ਫਿਰ ਸ਼ਾਮਾਂ ਨੂੰ ਛੱਡ ਦਿੰਦੇ ਹੁੰਦੇ। ਮਤਲਬ ਆਪ ਹੀ ਛੱਡ ਦੇਣਾ ਕਿ ਜਾਂ ਪਿੰਡ ਦੀ ਪਰਿਆ ਪੰਚਾਇਤ ਜਾਣੀ ਮਗਰ? ਨਹੀਂ, ਮਗਰ ਮੰਮੀ ਜਾਂਦੇ ਹੁੰਦੇ ਸੀ ਨਾਲ, ਕੋਈ ਕਿਸੇ ਨੂੰ ਖੜਦੇ ਵੀ ਹੁੰਦੇ ਸੀ, ਸੱਸ ਮੇਰੀ ਨਾਲ ਜਾਂਦੇ ਹੁੰਦੇ ਸੀ। ਅੱਛਾ, ਹਾਂਜੀ। ਤੇ ਮਤਲਬ ਕਈ ਵਾਰੀ ਪੁੱਛਗਿੱਛ ਲਈ ਸੱਦਣਾ ਫਿਰ ਛੱਡ ਦੇਣਾ? ਹਾਂਜੀ, 1-2 ਵਾਰੀ ਇੰਟੈਰੋਗੇਟ ਬਹੁਤ ਕੀਤੀ ਇਹਨਾਂ ਦੀ, ਵੀ ਮਾਰਦੇ ਬਹੁਤ ਰਹੇ ਨੇ ਉਹਨਾਂ ਨੂੰ, ਵੀ ਮੱਖੀਆਂ ਭਿਣਕਣੀਆਂ ਜਦੋਂ ਫਿਰ ਮੰਮੀ ਨੇ ਛਡਾ ਕੇ ਲਿਆਉਣਾ ਇਹਨਾਂ ਨੂੰ। ਅੱਛਾ। ਤੇ ਕਾਲਾ ਅਫਗਾਨਾ ਦੇ ਵਿੱਚ ਜ਼ੋਰ ਬੜਾ ਸੀ, ਉਦੋਂ ਚੁੱਕ ਲੈਂਦੇ ਸੀ ਮੁੰਡਿਆਂ ਨੂੰ ਤੇ ਉਹ ਮੰਮੀ ਡਰਦੇ ਫਿਰ ਵੀ ਇੱਥੇ ਬਟਾਲੇ ਦੇ ਵਿੱਚ ਵੀ ਕੰਨ ਸਾਹਿਬ ਗੁਰਦੁਆਰੇ ਆ ਗਏ ਤੇ ਇੱਥੇ ਲਗਵਾ ਲਿਆ ਆਪਣੇ ਬੇਟੇ ਨੂੰ ਵੀ ਮੈਨੇਜਰ। ਇੱਥੇ ਫਿਰ ਮੇਰਾ ਵਿਆਹ ਹੋਇਆ ਜੇ ਵੀ ਆ ਮੜੀਆਂਵਾਲ ਪਿੰਡ 'ਚ ਵੀ ਮੈਨੂੰ ਵਿਆਹੁਣ ਆਏ ਤੇ ਮੁੜ ਕੇ ਵੀ ਸਾਲ ਬਾਅਦ ਮੇਰੀ ਬੇਟੀ ਹੋਈ ਹੈ 94 'ਚ। 6 ਮਹੀਨੇ ਦੀ 2 ਮਹੀਨੇ ਦੀ ਬੇਟੀ ਸੀ ਜਦੋਂ ਅਸੀਂ ਪਿੰਡ ਚ ਲੱਗੇ। ਮੰਮੀ ਆਖਣ ਲੱਗੇ ਵੀ ਮਾਹੌਲ ਚੰਗੇ ਹੋ ਗਏ ਆ, ਹੁਣ ਆਪਾਂ ਪਿੰਡ ਚਲੇ ਜਾਈਏ, ਸਾਡੇ ਕੋਲ ਇੱਥੇ ਕਿਰਾਇਆ ਨਹੀਂ ਦਿੱਤਾ ਜਾਂਦਾ ਇੰਨਾ, ਅਸੀਂ ਆਪਣੀ ਪੈਲੀ 'ਚ ਚਲ ਜੰਨੇ ਆ। ਉੱਥੇ ਸਾਨੂੰ ਗਿਆ ਨੂੰ ਸਾਰੇ 4 ਮਹੀਨੇ ਹੋਏ। 4 ਮਹੀਨਿਆਂ ਬਾਅਦ ਇਹਨਾਂ ਨੇ ਸੁਖਪਾਲ ਸਿੰਘ ਨੂੰ ਘਰੋਂ ਚੁੱਕ ਲਿਆ ਏ। ਇੱਕ ਅਵਤਾਰ ਸਿੰਘ ਤਾਰੀ, ਇੱਕ ਭੱਪ ਤੇ 2 ਵਰਦੀਆਂ ਵਾਲੇ ਬੰਦੇ ਨੇ ਮਰੂਤੀ ਗੱਡੀ ਦੇ ਵਿੱਚ ਆਏ ਨੇ। ਕਹਿੰਦੇ ਨੇ ਵੀ ਸੁਖਪਾਲ ਸਿੰਘ ਵੀ ਤੂੰ ਸਾਡੇ ਨਾਲ ਚੱਲ, ਤੇ ਉਹ ਜਾਂਦੇ ਨਹੀਂ, ਉਹਨੂੰ ਧੱਕਾ ਮੁੱਕੀ ਵੀ ਕਰਦੇ ਨੇ। ਰੋਟੀ ਖਾਣ ਦੇ ਹੁੰਦੇ ਨੇ, 4 ਵਜੇ ਦਾ ਟਾਈਮ ਆ, ਤੇ ਕਹਿੰਦੇ ਵੀ ਨਹੀਂ ਤੂੰ ਸਾਡੇ ਨਾਲ ਚੱਲ, ਸਾਨੂੰ ਹੁਣੇ ਕੰਮ ਹੈ। ਤੇ ਮੰਮੀ ਆਖਣ ਲੱਗੇ ਵੀ ਅਵਤਾਰ ਸਿੰਘ ਤਾਰੀ ਇਦਾਂ ਨਾ ਕਰ, ਤੇ ਮੈਂ ਸਵੇਰੇ ਆਪਣੇ ਬੇਟੇ ਨੂੰ ਨਾਲ ਲੈ ਕੇ ਤੇ ਚੱਲ ਆਵਾਂਗੀ ਜੇ ਅਫਸਰ ਸੱਦਦੇ ਪਏ ਨੇ। ਪਰ ਉਹ ਕਹਿੰਦੇ ਨਹੀਂ, ਇਹਨੂੰ ਹੁਣੇ ਹੀ ਖੜਨਾ। ਉਹਨਾਂ ਨੇ ਧੱਕਾ ਮੁੱਕੀ ਕਰਕੇ ਇਹਨੂੰ ਗੱਡੀ ਦੇ ਵਿੱਚ ਬਾਲ ਲਿਆ। 2 ਜਿਹੜੇ ਪੁਲਿਸ ਵਾਲੇ, ਅਵਤਾਰ ਸਿੰਘ ਤਾਰੀ ਨੇ ਖਿੱਚ ਧੂ ਕੀਤੀ ਹੈ, ਫਿਰ ਇਹਨੂੰ ਪਿਛਲੇ ਪਾਸੇ ਬਾਲ ਲਿਆ। ਪੁਲਿਸ ਵਾਲੇ ਜਿਹੜੇ ਪਿਛਲੇ ਪਾਸੇ ਬਹਿ ਗਏ ਨੇ, ਅਵਤਾਰ ਸਿੰਘ ਤਾਰੀ ਅੱਗੇ ਬੈਠਾ, ਇੱਕ ਜਣਾ ਚਲਾਉਣ ਡਿਆ ਪਿਆ ਜਿਹੜਾ ਪਾਪਿਆ। ਇਹ ਮਜੀਠੇ ਨੂੰ ਇਹਨੂੰ ਲੈ ਗਏ ਨੇ। ਮੰਮੀ ਨੇ 1 ਦਿਨ ਡੀਕ, 2 ਦਿਨ ਡੀਕ, 4 ਦਿਨ ਮੰਮੀ ਨੇ ਇਹਨਾਂ ਨੂੰ ਡਿੱਕਿਆ ਵਾ।
ਪਰ 4 ਦਿਨਾਂ ਬਾਅਦ ਮੰਮੀ ਨੇ ਫਿਰ ਫਤਿਹਗੜ੍ਹ ਚੂੜੀਆਂ ਗਈ ਏ ਤੇ ਫਤਿਹਗੜ੍ਹ ਚੂੜੀਆਂ ਜਾ ਕੇ ਨੇ ਆਖਿਆ ਵੀ ਮੇਰਾ ਬੇਟਾ ਇਸ ਤਰ੍ਹਾਂ ਲੱਭਣ ਨਹੀਂ ਡਿਆ ਹੈਗਾ ਤੇ ਕਹਿੰਦੇ ਚੱਲ ਮਾਤਾ ਤੇਰਾ ਬੇਟਾ ਹੁਣ ਲੱਭਦੀ ਫਿਰਦੀ ਏ ਤੇ ਮਾਣ ਨਾਲ ਤੇ ਘਰ ਬਹਿ ਜਾ ਹੁਣ। ਫਿਰ ਮੰਮੀ ਬਟਾਲੇ ਗਏ ਨੇ 2-3 ਦਿਨਾਂ ਬਾਅਦ ਬਟਾਲੇ ਗਏ ਨੇ ਤੇ ਬਟਾਲੇ ਵਾਲਿਆਂ ਨੇ ਮੰਮੀ ਨੂੰ ਫਿਰ ਉਹਨਾਂ ਨੇ ਫੜ ਹੀ ਲਿਆ ਵਾ। ਮੰਮੀ ਨੂੰ 4 ਦਿਨ ਇੰਟੈਰੋਗੇਟ ਕੀਤੀ ਮੰਮੀ ਦੀ। ਫਿਰ ਅਸੀਂ ਪਿੰਡ ਦੇ ਬੰਦੇ ਕੁਝ ਸਰਪੰਚੀ ਕੋਈ ਜਣਾ ਪੈ ਪੂ ਕੇ ਨਾਲ ਮੁੰਡਾ ਮੰਮੀ ਦਾ ਗਿਆ, ਨਾਲ ਮੇਰਾ ਸਹੁਰਾ ਸਾਹਿਬ ਗਏ ਆ। ਫਿਰ ਮੰਮੀ ਨੂੰ ਛੁਡਾ ਕੇ ਲਿਆਏ ਨੇ। ਫਿਰ ਅਸੀਂ ਮੰਮੀ ਨੂੰ ਘਰ ਦਵਾਈਆਂ ਦਵਾਉਂਦੇ ਰਹੇ, ਪਿੰਡਾ ਮੰਮੀ ਦਾ ਮਾੜਾ ਉਹਨਾਂ ਨੇ ਹਾਲਾਤ ਕਰ ਦਿੱਤਾ ਸੀ ਤੇ ਫਿਰ ਮੰਮੀ ਨੂੰ ਫਿਰ ਦਵਾਈਆਂ ਦਵਾਉਂਦੇ ਰਹੇ ਤੇ ਫਿਰ ਬਾਅਦ ਵਿੱਚ ਮੰਮੀ ਨੂੰ ਪਤਾ ਲੱਗਾ ਵੀ ਗੁਰਨਾਮ ਸਿੰਘ ਵਡਾਲਾ ਜਿਹੜਾ ਹੈ ਨਾ ਉਹ ਜੁੰਦਾ ਵਾ ਤੇ ਉਹਦੇ ਨਾਂ ਤੇ ਇਹਨਾਂ ਦੇ ਬੇਟੇ ਨੂੰ ਮਾਰਿਆ ਵਾ। ਇਹ ਗੱਲ ਕਿਹਨੇ ਦੱਸੀ? ਇਹ ਸਾਡੇ ਡੈਡੀ ਨੇ ਦੱਸੀ ਜੇ, ਸਹੁਰੇ ਸਾਹਿਬ ਨੇ ਮੇਰੇ ਨੇ ਵੀ ਬਚਨੋ ਚੁੱਪ ਕਰਕੇ ਬਹਿ ਜਾ, ਹੁਣ ਤੇਰਾ ਬੇਟਾ ਉਹਨਾਂ ਨੇ ਸ਼ਹੀਦ ਕਰ ਦਿੱਤਾ ਹੀ ਤੇ ਤੂੰ ਹੁਣ ਰਮਾਨ ਨਾਲ ਬਹਿ ਜਾ। ਡੈਡੀ ਅਖਬਾਰ ਦੇ ਉੱਤੇ ਰੋਜ਼ ਅਖਬਾਰ ਅੱਡੇ ਤੇ ਪੜ੍ਹਨ ਜਾਂਦੇ ਸੀ ਨਾ ਕਾਲੇ ਫਗਾਨੇ, ਤੇ ਇਹਨਾਂ ਨੇ ਆਣ ਕੇ ਦੱਸਿਆ ਤੇ ਫਿਰ ਇਹ ਆਖਣ ਲੱਗੀ ਜਾ ਐਵੇਂ ਨਾ ਕਰੋ ਤੁਸੀਂ ਇੱਦਾਂ, ਮੈਨੂੰ ਵੀ ਮੇਰਾ ਮਨ ਡੋਲਦਾ ਜੇ ਤੇ ਮੇਰਾ ਬੇਟਾ ਹੈਗਾ ਵਾ। ਪਰ ਮੰਮੀ ਇਹ ਡੈਡੀ ਆਖਣ ਲੱਗੇ ਵੀ ਬਚਨੋ ਤੂੰ ਚੁੱਪ ਕਰਕੇ ਬਹਿ ਜਾ, ਤੇਰੇ ਕੋਲ 4 ਲੱਖ ਰੁਪਈਆ ਵੀ ਮੰਗਣ ਡਏ ਨੇ ਤੇ ਨਾਲ ਤੇਰੇ ਕੋਲ ਮਰੂਤੀ ਗੱਡੀ ਵੀ ਮੰਗਣ ਡਏ ਨੇ ਤੇ ਬੇਟਾ ਤੇਰਾ ਫਿਰ ਵੀ ਨਹੀਂ ਆਉਣਾ, ਉਹਨਾਂ ਬੇਟਾ ਤੇਰਾ ਉਦੋਂ ਹੀ ਕਿਤੇ ਸ਼ਹੀਦ ਕਰ ਦਿੱਤਾ ਵਾ। ਤੇ ਪਰ ਉਹ ਮੰਮੀ ਇੱਦਾਂ ਘਰ ਨਹੀਂ ਹੈਗੀ, ਇਹਨਾਂ ਕੋਲ ਸਗੋਂ ਉੱਪੜੀ ਹੈ ਤੇ ਇਹ ਸਗੋਂ ਬਾਅਦ 'ਚ ਘਰ ਆ ਗਏ ਨੇ। ਬੜਾ ਮੀਂਹ ਪੈਂਦਾ ਵਾ। ਅਵਤਾਰ ਸਿੰਘ ਤਾਰੀ ਤੇ ਇੱਕ ਪੱਪ ਤੇ ਇੱਕ ਨਾਲ ਬੰਦਾ ਹੋ ਰਿਹਾ। ਇਹ ਪੱਪ ਕੌਣ ਆ? ਇਹ ਪੱਪ ਇਹ ਵੀ ਕੋਈ ਇਹਨਾਂ ਦੇ ਨਾਲ ਦਾ ਹੀ ਜੇ, ਕੈਟ ਹੀ ਬੰਦਾ ਜੇ। ਮੰਮੀ ਨਾਂ ਲੈਂਦੀ ਸੀ ਨਾ ਇਹਨਾਂ ਦਾ ਵੀ ਪੱਪ ਇਦਾਂ ਨਾ ਕਰ, ਤਾਰੀ ਇਦਾਂ ਨਾ ਕਰ, ਮੇਰੇ ਬੇਟੇ ਨੂੰ ਤੂੰ ਨਾ ਖਿੱਚ ਨਾ, ਮੈਂ ਸਵੇਰੇ ਲੈ ਕੇ ਆਵਾਂਗੀ। ਪਰ ਮੈਨੂੰ ਇੰਨਾ ਕੁ ਉਦੋਂ ਦਾ ਵੀ ਕੰਨਾਂ ਦੇ ਵਿੱਚ ਮੇਰੇ ਆਵਾਜ਼ ਚੱਲ ਗਈ ਵੀ ਬੰਦੇ ਦਾ ਨਾਂ ਪੱਪ ਹੀ, ਉਹ ਬੋਦਿਆਂ ਵਾਲਾ ਸੀ, ਕਟਿੰਗ ਵਾਲਾ ਸੀ, ਤੇ ਜਿਹੜਾ ਅਵਤਾਰ ਸਿੰਘ ਤਾਰੀ ਸੀ ਉਹ ਪੱਗ ਵਾਲਾ ਸੀ। ਤੇ ਇਹਨਾਂ ਨੇ ਮੁੜ ਕੇ ਫਿਰ ਵੀ ਘਰ ਆਏ ਨੇ 3 ਜਾਣੇ, ਮਰੂਤੀ ਗੱਡੀ ਹੈ ਤੇ ਆਂਦੇ ਸੁਖਪਾਲ ਸਿੰਘ ਘਰ ਨਹੀਂ ਆਇਆ। ਤੇ ਮੈਂ ਕਿਹਾ ਸੁਖਪਾਲ ਤੇ ਤੁਹਾਡੇ ਨਾਲ ਗਿਆ ਵਾ ਤੇ ਮੰਮੀ ਮੈਂ ਕਿਹਾ ਵੀ ਤੁਹਾਡੇ ਪਿੰਡ ਗਈ ਏ। ਕਹਿੰਦੇ ਮਾਤਾ ਨੂੰ ਕਹੀ ਜਿਹੜਾ ਕੰਮ ਉਹਨੂੰ ਕਿਹਾ ਹੈ ਨਾ ਉਹ ਕਰ ਛੜੇ ਤੇ ਅਸੀਂ ਇਹਦਾ ਬੇਟਾ ਲੈ ਆਵਾਂਗੇ। ਸ੍ਰੀਨਗਰ ਅਫਸਰਾਂ ਨੇ ਕਿਸੇ ਕੰਮ ਘੱਲਿਆ ਵਾ ਤੇ ਇਹ ਮੰਮੀ ਦੇ ਕੋਲੋਂ ਮੰਗਦੇ ਸੀ 4 ਲੱਖ ਰੁਪਈਆ ਤੇ ਮਰੂਤੀ ਗੱਡੀ ਮੰਗਦੇ ਸੀ। ਤੁਸੀਂ ਕੈਸੀ ਇਹਨਾਂ ਇਹ ਪੁਲਿਸ ਵਾਲਿਆਂ ਦੀ ਇਹ ਕੈਟਾਂ ਦੀ ਮਾਨਸਿਕਤਾ ਵੀ ਇੱਕ ਤੇ ਘਰ ਦਾ ਮੈਂਬਰ ਚੁੱਕ ਕੇ ਉਦੋਂ ਹੀ ਮਾਰ ਦਿੱਤਾ ਤੇ ਫਿਰ ਲੁੱਟਣ ਦੀ ਨੀਅਤ ਦੇ ਨਾਲ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੇ ਬੰਦੇ ਨੂੰ ਅਸੀਂ ਵਾਪਸ ਲੈ ਆਉਂਦੇ ਹਾਂ, ਸਾਨੂੰ 4 ਲੱਖ ਰੁਪਈਆ ਤੇ ਇੱਕ ਮਰੂਤੀ ਗੱਡੀ ਲੈ ਕੇ ਦਿਓ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 1994 ਦੇ ਵਿੱਚ 4 ਲੱਖ ਰੁਪਏ ਦੀ ਕੀ ਕੀਮਤ ਸੀ ਤੇ ਕਿੰਨਾ ਔਖਾ ਸੀਗਾ ਏਡੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚੋਂ। ਪਰ ਕੈਸੀ ਇਹਨਾਂ ਦੀ ਕਮੀਨੀ ਸੋਚ ਵੀ ਬੰਦਾ ਤੇ ਮਾਰ ਦਿੱਤਾ, ਹੁਣ ਜੋ ਇਹਨਾਂ ਕੋ ਘਰੋਂ ਲਿਆ ਜਾਂਦਾ ਇਮੋਸ਼ਨਲ ਬਲੈਕਮੇਲ ਕਰਕੇ ਤੇ ਉਹ ਵੀ ਲੈ ਲਿਆ ਜਾਏ। ਫਿਰ ਕੀ ਮਾਤਾ ਜੀ ਕੀ ਕਹਿੰਦੇ ਰਹੇ ਵੀ ਮੈਂ ਕਰਦੀ ਹਾਂ ਪੈਸਿਆਂ ਦਾ ਬੰਦੋਬਸਤ? ਹਾਂਜੀ ਮੰਮੀ ਇਹੋ ਹੀ ਆਂਦੇ ਰਹੇ ਮੈਂ ਪੈਸਿਆਂ ਦਾ ਬੰਦੋਬਸਤ ਕਰਨਾ, ਤੇ ਪਰ ਡੈਡੀ ਮਨਾ ਕਰਦੇ ਰਹੇ। ਮੰਮੀ ਬੜੀ ਭੱਜੀ ਵੀ ਚੱਲ ਮੈਂ ਪੈਲੀ ਵੇਚ ਹੀ ਦਿੰਨੀ ਆ, ਤੇ ਇਹਨੇ ਫਿਰ ਵੇਚਣੇ ਵੀ ਲਾਈ ਹੈ ਮੰਮੀ ਨੇ ਪੈਲੀ। ਪਰ ਫਿਰ ਮੰਮੀ ਨੂੰ ਪਤਾ ਲੱਗਾ ਵੀ ਅਵਤਾਰ ਸਿੰਘ ਤਾਰੀ ਖੁੱਡੇ ਪਿੰਡ ਦਾ ਵਾ, ਉੱਥੇ ਇਹਨਾਂ ਨੇ ਬੁਲਾਇਆ ਵਾ। ਉੱਥੇ ਇਹਨੇ ਆਖਿਆ ਉੱਥੇ ਕੋਈ ਸ੍ਰੀਨਗਰ ਨਹੀਂ ਕੋਈ ਜਨਾਨੀ ਆਈ ਹੈ, ਤਾਂ ਉਹਨੇ ਆਖਿਆ ਵੀ ਮਾਤਾ ਤੇਰਾ ਹੀ ਮੁੰਡਾ ਲਿਆ ਦਾਂਗੇ, ਤੂੰ ਫਿਕਰ ਨਾ ਕਰ, ਤੇਰਾ ਮੁੰਡਾ ਜਿਉਂਦਾ ਵਾ ਤੇ ਤੁਸੀਂ ਇੰਨੇ ਪੈਸਿਆਂ ਦਾ ਪ੍ਰਬੰਧ ਸਾਨੂੰ ਕਰ ਦਿਓ ਤੇ ਨਾਲ ਗੱਡੀ ਦਾ ਪ੍ਰਬੰਧ ਕਰ ਲਓ। ਮਾਤਾ ਫਿਰ ਘਰ ਆ ਗਈ। ਫਿਰ ਇਹਨੇ ਜਾ ਕੇ ਜਿਨ੍ਹਾਂ ਦੇ ਕੋਲ ਪੈਲੀ ਅੱਗੇ ਗਹਿਣੇ ਪਾਉਂਦੇ ਸੀ, ਠੇਕੇ ਦਿੰਦੇ ਸੀ ਜਿਨ੍ਹਾਂ ਨੂੰ, ਉਹਨਾਂ ਦੇ ਕੋਲ ਗਈ, ਉਹਨਾਂ ਕੋਲ ਪੈਸੇ ਮੰਗੇ। ਉਹ ਕਹਿੰਦੇ 1-2 ਦਿਨਾਂ 'ਚ ਅਸੀਂ ਪੈਸੇ ਕਰ ਦਿੰਦੇ ਆ ਤੁਹਾਨੂੰ। ਪਰ ਮੰਮੀ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਨੇ ਮੇਰਾ ਬੇਟਾ ਸ਼ਹੀਦ ਕਰ ਦਿੱਤਾ ਵਾ। ਤੇ ਬਾਅਦ ਵਿੱਚ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਗੁਰਨਾਮ ਸਿੰਘ ਵਡਾਲਾ ਹੈ ਨਾ ਉਹ ਜੇਲ੍ਹ ਦੇ ਵਿੱਚ ਆ। ਮੰਮੀ ਔਖੀ ਸੌਖੀ ਹੋ ਕੇ ਇਹਨਾਂ ਨੂੰ ਜੇਲ੍ਹ 'ਚ ਮਿਲਣ ਗਈ। ਉਹਨੇ ਆਖਿਆ ਵੀ ਜੇ ਤੈਨੂੰ ਪਤਾ ਵਾ ਤੇ ਤੂੰ ਮੈਨੂੰ ਦੱਸ ਦੇ। ਕਹਿੰਦਾ ਮਾਤਾ ਮੈਂ ਇਸ ਟਾਈਮ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਤੇ ਮੈਂ ਇਸ ਟਾਈਮ ਜੇਲ੍ਹ ਵਿੱਚ ਆ, ਮੈਨੂੰ ਆਪ ਖਤਰਾ ਵਾ। ਮੰਮੀ ਰੋਂਦੀ ਕਰ ਲਾਉਂਦੀ ਉੱਥੋਂ ਆ ਗਈ ਹੈ। ਫਿਰ ਇਹ ਜੇਲ੍ਹ 'ਚ ਛੁੱਟ ਕੇ ਜਦੋਂ ਆਇਆ ਵਾ ਉਦੋਂ ਮੰਮੀ ਇਹਦੇ ਪਿੰਡ ਜਾਂਦੀ ਰਹੀ ਹੈ ਤੇ ਗੁਰਨਾਮ ਸਿੰਘ ਵਡਾਲਾ ਜਿਹੜਾ ਲੁੱਕ ਜਾਂਦਾ ਰਿਹਾ ਮੰਮੀ ਨੂੰ ਵੇਖ ਕੇ ਵੀ ਇਹ ਮਾਤਾ ਨੂੰ ਟਰਕਾ ਕੇ ਤੇ ਕੱਢ ਦੋ ਘਰੋਂ। ਤੇ ਇਹ ਜਦੋਂ ਫਿਰ ਮੇਰੀ ਮੰਮੀ ਗੁਜ਼ਰ ਗਈ ਹੈ, ਮੰਮੀ ਮੇਰੀ ਨੂੰ 13 ਸਾਲ ਹੋ ਗਏ, 14 ਸਾਲ ਗੁਜ਼ਰੀ ਨੂੰ। ਇਹ ਬਾਅਦ 'ਚ ਫਿਰ ਗੁਰਨਾਮ ਸਿੰਘ ਵਡਾਲਾ ਮੇਰੇ ਕੋਲ ਆਇਆ ਵਾ, ਕਹਿੰਦਾ ਦਲਬੀਰ ਤੂੰ ਇਸ ਤਰ੍ਹਾਂ ਚੁੱਪ ਕਰਕੇ ਬੈਠੀ ਐ, ਮੇਰੇ ਨਾਂ ਤੇ ਤੇਰਾ ਘਰ ਵਾਲਾ ਮਾਰਿਆ ਵਾ ਤੇ ਤੂੰ ਕੇਸ ਚੁੱਕ। ਤੇ ਫਿਰ ਮੈਨੂੰ ਕਰਨਲ ਸੰਧੂ ਨੇ ਇਸ ਤਰ੍ਹਾਂ ਮੇਰੀ ਨਿਊਜ਼ ਗਈ ਹੈ, ਉਹਨਾਂ ਨੇ ਫਿਰ ਮੇਰਾ ਕੇਸ ਚੁੱਕਿਆ। ਉਹ ਮੈਨੂੰ ਫਿਰ ਅੰਮ੍ਰਿਤਸਰ ਵੀ ਬੁਲਾਉਂਦੇ ਰਹੇ ਨੇ, ਅੰਮ੍ਰਿਤਸਰ ਵੀ ਉਹਨਾਂ ਨੇ ਬੜੀਆਂ ਮੀਟਿੰਗਾਂ ਇੱਦਾਂ ਕੀਤੀਆਂ ਮੇਰੇ ਨਾਲ ਤੇ ਵੀ ਇਹਨਾਂ ਨੂੰ ਇਨਸਾਫ ਦੇ, ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਮੇਰੀ ਰਿਟ ਲਾਈ ਹੈ। ਫਿਰ ਇਹਨਾਂ ਨੇ ਵੀ ਮੇਰਾ ਵਕੀਲ ਕੀਤਾ ਤੇ ਵਕੀਲ ਨੇ ਵੀ ਮੇਰਾ ਕੇਸ ਗਾਂਹ ਚੁੱਕਿਆ ਜੇ ਤੇ ਹੁਣ ਹੱਲ ਹੁੰਦਾ ਜਾਪਦਾ ਜੇ ਕੇਸ। ਅੱਛਾ, ਪਰ ਹੁਣ ਮੈਨੂੰ ਕਹਿੰਦੇ ਨੇ ਵੀ ਤੂੰ ਰਾਜੀਨਾਮਾ ਕਰ ਲਾ ਤੇ ਤੂੰ ਕਰੋੜ ਰੁਪਈਆ ਲੈ ਲਾ ਤੇ ਤੂੰ ਚੁੱਪ ਕਰਕੇ ਬਹਿ ਜਾ, ਸਾਈਨ ਕਰ ਦੇ। ਇਹਨਾਂ ਨੇ ਪਹਿਲੋਂ ਮੈਨੂੰ ਕੋਈ 25 ਲੱਖ ਰੁਪਈਆ ਮੈਨੂੰ ਕਿਹਾ ਜੇ, ਉਹ ਵੀ ਮੇਰਾ ਜੇਠ ਹੀ
ਪਿੰਡ 'ਚ ਕਾਲੇ ਫਗਾਨੇ 'ਚ ਉਹਨਾਂ ਨੇ ਕਿਹਾ 25 ਲੱਖ ਰੁਪਈਆ ਲੈ ਲਾ ਤੇ ਤੂੰ ਚੁੱਪ ਕਰਕੇ ਦਲਬੀਰ ਬਹਿ ਜਾ, ਤੇਰੀ ਜਾਨ ਥੋੜੀ ਜੀ ਸੌਖੀ ਹੋ ਜੇ, ਘਰ ਦਾ ਤੇਰੀ ਹਾਲਾਤ ਚੰਗੇ ਹੋ ਜਾਣ, ਤੂੰ ਮਾਪਿਆਂ ਦੇ ਬਰੂ ਹੀ ਬੈਠੀ ਹੈ। ਤੇ ਫਿਰ ਮੁੜ ਕੇ ਮੈਨੂੰ ਜਦੋਂ ਮੈਂ ਨਹੀਂ ਮੰਨੀ, ਫਿਰ ਮੈਨੂੰ 6 ਮਹੀਨਿਆਂ ਬਾਅਦ ਇਹਨਾਂ ਕਿਹਾ ਤੂੰ 50 ਲੱਖ ਰੁਪਈਆ ਲੈ ਲਾ। ਤੇ ਇੱਥੋਂ ਦੇ ਅਫਸਰ ਵੀ ਮੈਨੂੰ ਕਹਿੰਦੇ ਰਹੇ ਨੇ, ਬਟਾਲੇ ਦੇ ਵੀ ਕੋਈ ਥਾਣੇਦਾਰ ਕਹਿੰਦਾ ਰਿਹਾ, ਕੋਈ ਕਹਿੰਦਾ ਰਿਹਾ ਵੀ ਤੂੰ ਰਾਜੀਨਾਮਾ ਕਰ ਲਾ, ਤੇ ਪਰ ਮੈਂ ਨਹੀਂ ਮੰਨੀ। ਹੁਣ ਫਿਰ ਮੈਨੂੰ ਕਹਿਣ ਦੇ ਨੇ ਵੀ ਤੂੰ ਕਰੋੜ ਰੁਪਈਆ ਲੈ ਲਾ ਤੇ ਤੂੰ ਚੁੱਪ ਕਰਕੇ ਬਹਿ ਜਾ ਤੇ ਰਾਜੀਨਾਮਾ ਕਰ ਲਾ। ਪਰ ਮੈਂ ਰਾਜੀਨਾਮਾ ਨਹੀਂ ਕਰਨਾ, ਮੈਨੂੰ ਇਨਸਾਫ ਚਾਹੀਦਾ ਵਾ। ਮੇਰਾ ਮਗਰੋਂ ਬੇਟਾ ਵੀ ਗੁਜ਼ਰ ਗਿਆ ਜਿਹੜਾ ਮੈਂ ਪਾਲਿਆ ਸੀ, ਮੈਨੂੰ ਇਹ ਮੇਰੀਆਂ ਅੱਖਾਂ ਸਾਹਮਣੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਮੈਂ ਪੈਸਿਆਂ ਨੂੰ ਕੀ ਕਰਨਾ? ਇਹ ਇੱਕ ਗੱਲ ਜਿਹੜੀ ਆ ਮੈਂ ਸਾਰੀ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਜੀ ਕਿ ਅਕਸਰ ਪਰਿਵਾਰ ਜਿਹੜੇ ਨੇ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਕਰੋੜ ਦੀ ਆਫਰ, ਸਾਨੂੰ 3 ਕਰੋੜ ਦੀ, ਸਾਨੂੰ 5 ਕਰੋੜ ਦੀ ਆਫਰ ਜਿਹੜੀ ਆ ਆਈ ਆ, ਜਿਹੜੇ ਕੇਸ ਸੁਪਰੀਮ ਕੋਰਟ 'ਚ ਜਾਂ CBI ਕੋਰਟਸ ਦੇ ਵਿੱਚ ਚੱਲ ਰਹੇ ਨੇ। ਇੱਥੇ ਜਿਹੜਾ ਕੇਸ ਆ ਕਿ ਜਿਵੇਂ ਭੈਣ ਜੀ ਕਹਿ ਰਹੇ ਨੇ ਕਿ ਸਾਨੂੰ 1 ਕਰੋੜ ਦੀ ਆਫਰ ਆਈ ਆ, ਸ਼ਹੀਦ ਭਾਈ ਸੁਖਪਾਲ ਸਿੰਘ ਜੀ ਦੇ ਛੋਟੇ ਭਰਾ ਦੇ ਨਾਲ ਗੱਲ ਹੋ ਰਹੀ ਆ ਕਿਸੇ ਦੀ, ਔਰ ਉਹ 1 ਕਰੋੜ ਦੀ ਆਫਰ ਕਰ ਰਿਹਾ। ਇਹ ਗੱਲ ਉਹਨਾਂ ਕੋਲ ਰਿਕਾਰਡਿੰਗ ਹੈਗੀ ਆ। ਇਹ ਸ਼ਾਇਦ ਪਹਿਲਾ ਸਬੂਤ ਆ ਜਿਹੜਾ ਅੱਜ ਅਸੀਂ TV ਦੇ ਉੱਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਤੁਸੀਂ ਸੁਣੋ ਵੀ ਕਿਵੇਂ ਭਾਈ ਸੁਖਪਾਲ ਸਿੰਘ ਦੇ ਛੋਟੇ ਭਰਾ ਦੇ ਨਾਲ ਜਿਹੜੀ ਆ ਉਹ ਗੱਲਬਾਤ ਹੋ ਰਹੀ ਆ ਕਿਸੇ ਸ਼ਖਸ ਦੀ, ਤੇ ਉਹ ਆਫਰ ਕਰ ਰਿਹਾ ਵੀ ਜੇ ਤੁਸੀਂ ਇਸ ਕੇਸ 'ਚੋਂ ਰਾਜੀਨਾਮਾ ਕਰ ਲਓ ਤੇ ਤੁਹਾਨੂੰ 1 ਕਰੋੜ ਜਿਹੜੀ ਆ 1 ਕਰੋੜ ਮੈਂ ਦਵਾ ਦਿੰਦਾ। ਅੱਛਾ ਤੇ ਗੱਲ ਸੁਣ, ਹਾਂ ਮੈਨੂੰ ਇੱਕ ਫੋਨ ਆਇਆ ਸੀ ਇੱਕ ਆਪਣੇ ਬੰਦੇ ਦਾ। ਹਾਂ ਉਹ ਮੈਨੂੰ ਕਹਿੰਦੇ ਸੀ ਤੇ ਉਹਦੀ ਨਾ ਉਹਨਾਂ ਨਾਲ ਜਿਹੜਾ ਮਤਲਬ ਜਿਨ੍ਹਾਂ ਨੇ ਆਪਣੇ ਸੁਖਪਾਲ ਨਾਲ ਕੀਤਾ ਸੀ, ਉਹ ਬੰਦੇ ਨਾਲ ਉਹਦੀ ਗੱਲਬਾਤ ਹੈਗੀ ਹੈ। ਮੈਨੂੰ ਬੰਦੇ ਨੇ ਫੋਨ ਕੀਤਾ ਸੀ, ਕਹਿੰਦਾ ਸੀ ਵੀ ਤੇ ਭਾਜੀ ਤੇ ਜੇ ਉਹਨਾਂ ਨੂੰ ਮੰਨ ਲਓ ਸਜ਼ਾ ਹੋ ਜਾਂਦੀ ਹੈ, ਪਰ ਤੇ ਕਹਿੰਦਾ ਉਹ ਬੜੀ ਹਾਈ ਫਾਈ ਲੈਵਲ ਤੇ ਨੇ ਸਜ਼ਾ ਨਹੀਂ ਹੋਣੀ। ਹਾਂ ਜੇ ਬਾਈ ਚਾਂਸ ਹੋ ਵੀ ਜਾਂਦੀ ਹੈ ਤੇ ਇਸ ਪਰਿਵਾਰ ਨੂੰ ਕੀ ਮਿਲਣਾ ਹੈ? ਅੱਛਾ ਤੇ ਮੈਨੂੰ ਕਹਿੰਦੇ ਜੇ ਤੁਹਾਡਾ ਵਿਚਾਰ ਹੋਵੇ ਤੇ ਮੈਂ ਉਸ ਪਾਰਟੀ ਨਾਲ ਗੱਲ ਕਰਕੇ ਤੇ ਮੈਂ ਤੁਹਾਨੂੰ ਮਤਲਬ ਪੈਸੇ ਦਵਾ ਦਿਆਂ। ਮੈਂ ਉਧਰ ਇਸ ਵਿਸ਼ੇ ਦੀ ਗੱਲ ਕੀਤੀ, ਮੈਂ ਕਿ ਚਲੋ ਕਰੋੜ ਖੰਡ ਰੁਪਈਆ ਦੇ ਦੇਣ ਤੇ ਤੁਹਾਨੂੰ ਹੋਰ ਵੀ ਚਾਹੀਦਾ, ਤੁਸੀਂ ਕੀ ਲੈਣਾ ਹੋਰ? ਬੱਲੇ ਬੱਲੇ ਚੋ ਚਲੋ ਕਰਿਆ ਗਾ ਨਿਆਣੇ ਦੇ ਜੂਨ ਸੁਧਰ ਜੇਗੀ, ਠੀਕ ਨੀ ਕਿਤੇ ਬਾਹਰ ਬੂਰ ਉਹਨੂੰ ਕੱਢੋਗੇ ਚੰਗੇ ਵਧੀਆ ਮੁਲਕ 'ਚ। ਕਿੰਨੇ ਪੈਸੇ ਆਉਂਦੇ ਆ? ਮੈਂ ਤੈਨੂੰ ਕਿਹਾ ਵੀ ਕਰੋੜ ਖੰਡ ਰੁਪਏ ਦੇ ਇਰਦ ਗਿਰਦ 'ਚ ਦਵਾ ਦੇਣਾ ਤੈਨੂੰ ਮੈਂ। ਨਹੀਂ ਮੇਰੀ ਗੱਲ ਸੁਣ, ਮੈਂ ਆਪਣਾ ਗੱਲ ਕੀ ਆ, ਮੈਂ ਇਹਨੂੰ ਘਰ ਦੇਣਾ ਗੱਲ ਕਰ ਲਾਂ ਮੁੜ ਕੇ ਕਰੋੜਾ ਮੁੜ ਕੇ ਨਾ। ਯਾਰ ਮੇਰੀ ਗੱਲ ਸੁਣ, ਜਦੋਂ ਤੂੰ ਗੱਲ ਕਰੇਗਾ ਪਹਿਲਾਂ ਆਪਸ ਚ ਸਲਾਹ ਕਰੋ, ਫਿਰ ਆਪਾਂ ਉਸ ਪਾਰਟੀ ਨੂੰ ਪੱਕਾ ਪੁੱਛਾਂ ਕਿੰਨੇ ਪੈਸੇ ਦਿੰਦੇ ਜੇ। ਮੈਨੂੰ ਪਤਾ ਇੰਨੇ ਪੈਸੇ ਤੱਕ ਉਹਨੇ ਚੱਲ ਜਾਣੀ ਹੈ। ਤੁਸੀਂ ਮੁੜ ਕੇ ਮੈਂ ਉਹਦੇ ਨਾਲ ਗੱਲ ਕਰ ਲਾਂ, ਉਹ ਪੈਸਿਆਂ ਦੀ ਤਿਆਰੀ ਕਰ ਲਾਂ, ਤੁਸੀਂ ਮੁੜ ਕੇ ਤੇਰੀ ਵੋਟੀ ਨੁੱਕਰ ਜੇ। ਗੱਲ ਇਹ ਹੈ ਮੈਂ ਗੱਲ ਕਰਨਾ ਵੀ ਤਾਂ ਇੱਥੇ ਵੇਚ ਕਿੰਨੀ ਜੀ ਮੈਨੂੰ। ਮੇਰੀ ਗੱਲ ਸੁਣ, ਮੈਂ ਨੁੱਕਰਦਾ ਨਹੀਂ ਕਿਹੜੀ ਗੱਲ ਕਹੂੰਗਾ ਕਿੱਦਾਂ ਮੇਰਾ ਖਾਣੇ ਨਾ ਬਵਾਨਾ ਤੂੰ ਇਹ ਨਾ ਮੁੜ ਕੇ ਵਿੱਚ ਬੰਦੇ ਦਾ ਪਤਾ ਲੱਗੇ ਵੀ ਬੰਦਾ ਕਿਹੜਾ ਨਾਲ ਦਵਾਉਂਦਿਆ ਵਾ। ਇਹ ਨਾ ਮੁੜ ਕੇ ਮੈਂ ਉੱਥੇ ਚੱਲ ਜਾ ਮੁੜ ਕੇ ਬੰਦਾ ਸਾਡੇ ਕੋਲ ਸਾਈਨ ਕਰਾ ਲਈ ਤੇ ਮੁੜ ਕੇ ਦੇ ਨਾ ਕਰ। ਤੂੰ ਪਹਿਲਾਂ ਪੈਸੇ ਲੈਣੇ ਫਿਰ ਸਾਈਨ ਕਰਨੇ, ਠੀਕ ਹੈ? ਤੇ ਬੰਦਾ ਹੈ ਜਿਹੜਾ ਉਹ ਬਾਬੇ ਨਾਲ ਤੇਰੀ ਮੈਂ ਗੱਲ ਨਹੀਂ ਸੀ ਕਰਾਈ ਇੱਕ ਵਾਰੀ ਜੇਲ੍ਹ 'ਚ ਜਿਹੜਾ ਬਾਬਾ ਚੱਲਾ ਗੁਰਚਰਨ ਸਿੰਘ। ਹਾਂ ਉਹ ਕਹਿੰਦਾ ਮੈਂ ਨਹੀਂ ਫੋਨ ਕਰਨਾ, ਮੈਂ ਘਰ ਹੀ ਚੱਲਾਂਗਾ। ਕਹਿੰਦਾ ਆਪਾਂ ਘਰ ਚੱਲ ਪਾਂਗੇ, ਪਹਿਲਾਂ ਉਹਨਾਂ ਦਾ ਲਾਇਆ ਵੀ ਹਾਂ ਵਾਕਈ ਅਸੀਂ ਰਾਜੀਨਾਮਾ ਕਰ ਲਾਂਗੇ, ਫਿਰ ਕਹਿੰਦਾ ਆਪਾਂ ਚੱਲਾਂਗੇ ਉਹਨਾਂ ਦੇ ਘਰ। ਅੱਛਾ ਨਹੀਂ ਇਹ ਗੁਰਚਰਨ ਸਿੰਘ ਕੋਈ ਅਫਸਰ ਬੰਦਾ ਜਾਂ ਕੋਈ ਗਾਂ ਦਾ ਵਾਕਵੇ ਬੰਦਾ ਵੀ ਅਫਸਰ ਦਾ? ਯਾਰ ਮੇਰਾ ਜੇਲ੍ਹ ਦੇ ਵਿੱਚ ਮੇਰੇ ਨਾਲ ਰੋਟੀ ਖਾਂਦਾ ਗੁਰਚਰਨ ਸਿੰਘ, ਉਹ ਵੀ ਅੱਤਵਾਦ ਦੇ ਕੇਸ ਦੇ ਵਿੱਚ ਅੰਦਰ ਸਜ਼ਾ ਕੱਟਣ ਡਿਆ, 15 ਸਾਲ ਹੋ ਗਏ ਜੇਲ੍ਹ 'ਚ। ਅੱਛਾ ਉਹਦਾ ਕੋਈ ਅਫਸਰ SSP ਵਾਸਤੇ ਉਹਨੇ SSP ਨਾਲ ਗੱਲ ਕੀਤੀ ਸਰਸਰੀ, ਉਹ ਮੇਰੇ ਨਾਲ ਮੁੰਡਾ ਰੋਟੀ ਖਾਂਦਾ ਜੀ, ਉਹਦੇ ਮਾਮੇ ਦਾ ਮੁੰਡਾ ਹੈ, ਤੇ ਉਹਨੇ ਕੋਈ ਗੱਲ ਕੀਤੀ, ਕਹਿੰਦਾ ਜੇ ਮੈਂ ਉਹ ਤੋਂ ਇਹ DIG ਮੇਰੇ ਖਿਆਲ ਜਿਹੜਾ ਜਿਹਦੇ ਨਾਲ ਆਪਣਾ ਕੇਸ ਚੱਲਦਾ ਪਿਆ। ਹਨਾ DIG ਕੀ ਨਾਂ ਇਹਦਾ? ਹਾਂ DIG ਨੇ ਇਹ ਮੌਕੇ ਤੇ। ਹਾਂ ਤੇ ਕਹਿੰਦਾ ਇਹ ਵੀ ਚਲੋ ਮੈਂ DIG ਸਾਹਿਬ ਨਾਲ ਗੱਲ ਕਰ ਲੈਣਾ ਵੀ ਇੰਨੇ ਪੈਸੇ ਭਰ ਦੇ। ਉਦੋਂ ਦੀ ਫਿਰ ਤੂੰ ਤੇਰੇ ਨਾਲ ਮੇਰੀ ਗੱਲ ਨਹੀਂ ਹੋਈ ਤੇ ਮੈਂ ਫਿਰ ਉਹਨਾਂ ਨੇ ਮੈਨੂੰ ਕੱਲ ਵੀ ਕਾਲ ਕੀਤੀ, ਪਰ ਮੈਂ ਕੱਲ ਫੋਨ ਨਹੀਂ ਚੁੱਕਿਆ ਤਾਂ ਮੈਂ ਜਵਾਬ ਦਿੱਤਾ। ਮੈਂ ਤੇਰੀ ਵੋਟੀ ਨੇ ਮੈਨੂੰ ਫੋਨ ਤੇ ਮੇਰੇ ਨਾਲ ਹਾਨਾ ਦਾ ਕਹਿੰਦੀ ਮੈਂ ਆਪਣੇ ਭਰਾਵਾਂ ਨਾਲ ਸਲਾਹ ਕਰਨੀ ਹੈ। ਤੇ ਮੈਂ ਕੋਈ ਇਹਨੂੰ ਮੈਂ ਇਹ ਗੱਲ ਕਹੀ ਭਰਾਵਾਂ ਤੇਰੇ ਤੈਨੂੰ 8 ਕਿਲੋ ਦੁੱਧ ਦੇ ਉਹ ਤੈਨੂੰ ਭਰਾਵਾਂ ਨੇ ਕੀ ਦੇ ਦੇਣਾ? ਭਰਾ ਨੂੰ ਕੱਲ ਨੂੰ ਕਹੀ ਮੁੰਡਾ ਬਾਹਰ ਭੇਜ ਤੈਨੂੰ ਕਿਤੇ ਵੀ ਨਹੀਂ ਭੇਜਣਾ। ਨਹੀਂ ਤੇਰੀ ਜਿਹੜੇ ਨਾਲ ਬੰਦੇ ਨਾਲ ਜਲਦ ਗੱਲ ਹੋਈ ਆ ਤੇ ਉਹ ਬੰਦਾ ਗਾਂ ਕੋਈ ਬੰਦਾ ਹੈਗਾ ਖਾਸ ਉਹਦਾ ਬੰਦਾ ਕੋਈ? ਮੈਂ ਤੈਨੂੰ ਕਿਹਾ ਉਹਦਾ ਕੌਣ DSP ਹੈ, ਕੋਈ ਉਹਦਾ ਯਾਰ ਹੈ, ਉਹਦੇ ਨਾਲ ਉਹਨੇ ਗੱਲ ਕੀਤੀ, ਉਹ ਕਹਿੰਦਾ ਮੈਂ ਇੰਨੇ ਪੈਸੇ ਦਵਾ ਦੇਣਾ ਦਾ ਮੂੰਹ ਕਿਹਾ ਆਪਣੇ। ਤੇ ਤੂੰ ਜਿਹੜਾ ਸਲਾਹ ਕਰਨੀ ਆਪਣੀ ਜਨਾਨੀ ਤੂੰ ਦੋਵੇਂ ਸਲਾਹ ਕਰ ਲਓ, ਮਾਮੇ ਨਾਲ ਸਲਾਹ ਕਰ ਲਓ ਤੇ ਬਸ ਹੋਰ ਤੀਜੇ ਬੰਦਾ ਸਲਾਹ ਕਰਨ ਦੀ ਲੋੜ ਹੀ ਨਹੀਂ ਫਿਰ। ਚੰਗਾ ਹਾਂਜੀ ਇਹ ਤੁਸੀਂ ਸੁਣੀ ਆ ਜੀ ਇੱਕ ਕੰਪਲੀਟ ਰਿਕਾਰਡਿੰਗ ਜਿਹਦੇ ਵਿੱਚ ਕੋਈ ਸ਼ਖਸ ਜਿਹੜਾ ਇਹਨਾਂ ਨੂੰ ਆਫਰ ਕਰ ਰਿਹਾ 1 ਕਰੋੜ ਰੁਪਏ ਦੀ। ਮੈਂ ਜਿਵੇਂ ਗੱਲ ਕੀਤੀ ਹੈ ਕਿ ਇੱਕ ਪ੍ਰੂਫ ਹੈ
ਕਿ ਵਾਕਿਆ ਹੀ ਇਸ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਫਰ ਆ, ਕਿਉਂਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾ ਦਿੱਤੀ ਗਈ ਆ, ਜਿਹਦੇ ਵਿੱਚ ਕੁਝ IPS ਅਧਿਕਾਰੀ ਨੇ, ਮਿਸਟਰ ਚੱਟੋਪਾਧਿਆਏ ਔਰ ਗੁਰਪ੍ਰੀਤ ਦਿਓ ਜੀ ਤੇ ਨਾਲ ਚੰਦਰ ਸ਼ੇਖਰ ਜੀ ਨੇ, ਕੋਈ ਸਾਰੇ IPS ਆਫੀਸਰ ਨੇ ਜਿਹੜੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਰੂਪ ਦੇ ਵਿੱਚ ਇਸ ਸਾਰੇ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਕਰ ਰਹੇ ਆ। ਹੁਣ ਕਿਤੇ ਨਾ ਕਿਤੇ ਗੱਲ ਤੁਸੀਂ ਭੈਣ ਜੀ ਵੇਖਦੇ ਹੋ ਕਿ 3 ਪੁਲਿਸ ਅਫਸਰਾਂ ਦੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਆ। ਹਾਂਜੀ ਹਾਂਜੀ। ਕੀ ਤੁਹਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੁਲਿਸ ਅਫਸਰ ਦੀ ਇਨਕੁਆਇਰੀ ਕਰ ਰਹੇ ਆ ਤੇ ਉਹ ਤੁਹਾਨੂੰ ਇਨਸਾਫ ਦੇਣਗੇ? ਮੈਨੂੰ ਆਪਣੇ ਵਕੀਲ ਤੇ ਯਕੀਨ ਜੇ, ਹੋਰ ਮੈਨੂੰ ਕਿਸੇ ਤੇ ਨਹੀਂ ਜੇ। ਅੱਛਾ। ਹਾਂਜੀ, ਮੈਨੂੰ ਆਪਣੇ ਵਕੀਲ ਤੇ ਯਕੀਨ ਜੇ ਵੀ ਮੇਰਾ ਵਕੀਲ ਮੈਨੂੰ ਇਨਸਾਫ ਜ਼ਰੂਰ ਦਿਵਾਏਗਾ। ਕੀ ਨਾਂ ਤੁਹਾਡੇ ਵਕੀਲ ਸਾਹਿਬ ਦਾ? ਉਹਨਾਂ ਦਾ ਨਾਮ ਪ੍ਰਦੀਪ ਵਿਰਕ। ਹਾਂਜੀ, ਪ੍ਰਦੀਪ ਵਿਰਕ ਪਿਛਲੇ ਦਿਨੀ ਕਾਫੀ ਚਰਚਿਤ ਨਾਮ ਆ ਜੀ। ਐਕਸ DGP SS ਵਿਰਕ ਦੇ ਉਹ ਸਪੁੱਤਰ ਨੇ ਔਰ ਇਸ ਮਾਮਲੇ ਨੂੰ ਉਹਨਾਂ ਨੇ ਚੁੱਕਿਆ ਹੋਇਆ। ਗੱਲ ਰਹੀ IG ਉਮਰਾ ਨੰਗਲ ਦੀ। ਉਮਰਾ ਨੰਗਲ ਬਰਗਾੜੀ ਵਾਲੇ ਕੇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ ਕਿਤੇ ਨਾ ਕਿਤੇ ਉਹਦਾ ਜਿਹੜਾ ਨਾਂ ਉੱਧਰ ਵੀ ਚੱਲ ਰਿਹਾ, ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਉਹਨਾਂ ਦਾ ਕਿਤੇ ਜ਼ਿਕਰ ਆ ਰਿਹਾ। ਗੱਲ ਇਹ ਆ ਵੀ ਉਮਰਾ ਨੰਗਲ ਦਾ ਮੱਥਾ ਲੱਗ ਗਿਆ ਹੁਣ ਗੁਰੂ ਦੇ ਨਾਲ, ਤੇ ਗੁਰੂ ਦੇ ਨਾਲ ਮੱਥਾ ਲੱਗ ਕੇ ਕਦੀ ਨਾ ਕੋਈ ਜਿੱਤਿਆ ਤੇ ਨਾ ਉਹਦਾ ਕੁਝ ਰਿਹਾ। ਇਹ ਤੇ ਇਤਿਹਾਸਕ ਕਈ ਘਟਨਾਵਾਂ ਨੇ ਜਿਹਦਾ ਗੁਰੂ ਦੇ ਨਾਲ ਮੱਥਾ ਲੱਗਾ ਉਹਨੂੰ ਉਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਿਆ, ਉਮਰਾ ਨੰਗਲ ਵੀ ਭੁਗਤੇਗਾ। ਦੂਸਰੀ, ਇਸ ਕੇਸ ਦੇ ਵਿੱਚ ਕੀ ਫੈਸਲਾ ਹੁੰਦਾ ਇਹ ਸਮੇਂ ਦੇ ਗਰਭ ਦੇ ਵਿੱਚ ਹੈ ਜੀ। SIT ਜਿਹੜੀ ਆ ਉਹ ਕੀ ਰਿਪੋਰਟ ਪੇਸ਼ ਕਰਦੀ ਹੈ, ਕਿਸ ਤਰ੍ਹਾਂ ਦੀ ਸਾਰੀ ਗੱਲਬਾਤ ਹੁੰਦੀ ਹੈ, ਕਿਉਂਕਿ ਆਹ ਜਿਹੜੀ ਗੱਲ ਤੁਹਾਨੂੰ ਫੋਨ ਤੇ ਸੁਣਾਈ ਗਈ ਆ, ਸ਼ਾਇਦ SIT ਇਸ ਗੱਲ ਦੀ ਵੀ ਇਨਕੁਆਇਰੀ ਕਰੇਗੀ ਵੀ ਇਹ ਕੌਣ ਬੰਦਾ ਹੈ, ਕੌਣ ਵਿੱਚ ਗੱਲ ਕਰ ਰਿਹਾ ਸੀ, ਕੌਣ ਉਹ SP ਆ ਜਾਂ DSP ਰੈਂਕ ਦਾ ਅਧਿਕਾਰੀ ਆ ਜਿਹੜਾ ਇਸ ਬਿਹਾਫ ਦੇ ਉੱਤੇ ਉਮਰਾ ਨੰਗਲ ਦੇ ਬਿਹਾਫ 'ਤੇ ਗੱਲ ਕਰ ਰਿਹਾ ਸੀ ਕਿ 1 ਕਰੋੜ ਰੁਪਏ ਦਾ ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ ਮੁਆਵਜ਼ਾ ਤੇ ਇਹ ਕੇਸ 'ਚੋਂ ਜਿਹੜੇ ਆ ਉਹ ਪਿੱਛੇ ਹਟ ਜਾਣ। ਕੀ ਲੱਗਦਾ ਮਨ ਦੇ ਵਿੱਚ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਜ਼ਿੰਦਗੀ ਜਿਹੜੀ ਆ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਗੁਜ਼ਰੀ ਆ ਤੇ ਹੁਣ ਵੀ ਕੋਈ ਆਮਦਨ ਦਾ ਸਾਧਨ ਕੀ ਅੱਜ ਤੁਹਾਡੀ ਜ਼ਿੰਦਗੀ ਦਾ? ਆਮਦਨ ਦਾ ਸਾਧਨ ਕੋਈ ਨਹੀਂ ਜੇ ਭਾਜੀ। ਮੈਂ ਨਾ ਵੀ ਇਸ ਤਰ੍ਹਾਂ ਹੀ ਆਪਣੇ ਭਰਾਵਾਂ ਕੋਈ ਥੋੜਾ ਬਹੁਤਾ ਉਹ ਦਿੰਦੇ ਜੇ ਤੇ ਮੇਰੀ ਮਦਦ ਕਰਦੇ। ਮੰਮੀ ਮੇਰੇ ਕਰਦੇ ਜ਼ਿਆਦਾ, ਤੇ ਮੈਂ ਆਪਣੀ ਮੰਮੀ ਦੇ ਘਰ 'ਚ ਹੀ ਰਹਿਣ ਦੀ, ਮੰਮੀ ਨਾਲ ਰਹਿੰਦੇ ਕਈ ਵਾਰੀ। ਜਿਹੜੇ ਛੋਟੇ ਭਰਾ ਜਿਨ੍ਹਾਂ ਵੱਲ ਤੁਹਾਡਾ ਬਾਅਦ ਦੇ ਵਿੱਚ ਵਿਆਹ ਕਰ ਦਿੱਤਾ ਗਿਆ, ਜਿਨ੍ਹਾਂ ਨਾਲ ਇਹ ਫੋਨ ਤੇ ਗੱਲ ਹੋ ਰਹੀ ਆ, ਇਹ ਕੀ ਕਾਰੋਬਾਰ ਕਰਦੇ ਨੇ? ਇਹ ਕੁਝ ਨਹੀਂ ਜੇ ਕਰਦੇ, ਨਿਹੰਗਾ ਨਾ ਜਾਂਦੇ ਹੁੰਦੇ ਸੀ, ਗਰਾਈ ਗਰੂਈ ਕਰਨ, ਕਾਲਾ ਪੀ ਲਿਆ ਹੈ ਨਾ ਇਹਨਾਂ ਨੂੰ, ਤੇ ਹੁਣ ਉਹ ਵੀ ਇਹਨਾਂ ਨੇ ਬੰਦ ਕੀਤੀ ਜੇ। ਇਹਨਾਂ ਕੋਲ ਜਾਇਆ ਨਹੀਂ ਜਾਂਦਾ, ਕਈ ਵਾਰੀ ਤੜਫਣ ਡੈ ਪੈਂਦੇ ਨੇ ਤੇ ਫਿਰ ਆਖ ਦੇਣਗੇ ਮੇਰੀ ਵੀ ਹਿੰਮਤ ਨਹੀਂ ਹੈਗੀ। ਜ਼ਮੀਨ ਜਾਇਦਾਦ ਹੁਣ ਹੈ ਕੋਈ? ਜਾਇਦਾਦ ਕੋਈ ਨਹੀਂ ਜੇ ਹੈਗੀ, ਤੇ ਉਹ ਤੇ ਸਾਰੀ ਕੇਸ ਮਗਰੀ ਲੱਗ ਗਈ। ਉਹ ਲਖਨਪਾਲ ਵਕੀਲ ਆਪਾਂ ਕੀਤਾ ਸੀ ਨਾ, ਉਦੋਂ ਥੋੜ੍ਹੇ ਕੌਡਿਆਂ ਭਾਅ ਪੈਲੀ ਵੇਖਦੀ ਸੀ, ਤੇ ਉਦੋਂ ਵੀ ਅਸੀਂ ਲਖਨਪਾਲ ਵਕੀਲ ਨੂੰ ਪੈਸੇ ਦਿੰਦੇ ਰਹੇ। ਲਖਨਪਾਲ ਵਕੀਲ ਜਿਹੜਾ ਉਹਨਾਂ ਕੋਲੋਂ 5 ਲੱਖ ਰੁਪਈਆ ਲੈ ਕੇ ਉਹਨੇ ਸਾਡਾ ਕੇਸ ਚੱਕਿਆ ਹੀ ਨਹੀਂਗਾ ਤੇ ਨਾ ਵੀ ਗਾਂਹ ਤੋਰਿਆ ਸੀ ਉਹਨਾਂ ਨੇ। ਇਸ ਗੱਲ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈ ਕਿ ਲਖਨਪਾਲ ਨੇ ਤੁਹਾਡੀ ਵਿਰੋਧੀ ਪਾਰਟੀ ਕੋਲੋਂ ਕੋਈ ਪੈਸਾ ਲੈ ਲਿਆ? ਹਾਂਜੀ, ਉਹਨਾਂ ਨੇ ਮੰਮੀ ਨੂੰ ਪਤਾ ਸੀ ਵੀ ਉਹਨਾਂ ਨੇ 5 ਲੱਖ ਰੁਪਈਆ ਲੈ ਕੇ ਤੇ ਬਹਿ ਗਏ ਨੇ ਵਕੀਲ ਸਾਹਿਬ, ਲਖਨਪਾਲ ਵਕੀਲ। ਅਰੇ ਉਹਨਾਂ ਦਾ ਬੜਾ ਵੱਡਾ ਨਾਮ ਆ ਔਰ ਖਾੜਕੂ ਪਰਿਵਾਰਾਂ 'ਤੇ ਉਹ ਬੜੇ ਕੇਸ ਲੜਦੇ ਵੀ ਰਹੇ ਨੇ ਔਰ ਸਰਕਾਰ ਦੇ ਵਿਰੁੱਧ। ਉਹਨਾਂ ਨੇ ਉਦੋਂ ਪੈਸੇ ਲੈ ਲਏ, ਉਹਨਾਂ ਨੇ ਪੈਸੇ ਲੈ ਕੇ ਤੇ ਬੈਠੇ ਨੇ ਲਖਨਪਾਲ ਵਕੀਲ। ਮੈਂ ਲਿਖਾਇਆ ਜੇ ਵਿੱਚ ਸਭ ਕੁਝ ਹੀ ਲਿਖਾਇਆ ਜੇ, ਜੋ ਵੀ ਮੇਰੇ ਨਾਲ ਹੋਇਆ ਬੀਤਿਆ ਵਾ ਨਾ, ਮੈਂ ਸਾਰਾ ਕੁਝ, ਮੈਨੂੰ ਮੇਰੇ ਅੰਦਰ ਇੰਨਾ ਬਾਲਾ ਹੈ ਨਾ ਕੋਈ ਹਿਸਾਬ ਨਹੀਂ। ਮੈਂ ਕਈ ਵਾਰੀ ਇੰਨਾ ਰੋਨੀ ਨਾ ਇਕੱਲੀ ਬਹਿ ਕੇ ਵੀ ਇਹ ਕੀ ਮੇਰੇ ਨਾਲ ਬੀਤਦਾ ਪਿਆ ਵਾ, ਵੀ ਬੱਚਾ ਵੀ ਜਿਹੜਾ ਮੈਂ ਪਾਲਿਆ ਉਹ ਵੀ ਮੇਰਾ ਗੁਜ਼ਰ ਗਿਆ। ਜੇ ਵਕੀਲ ਮੰਮੀ ਨੇ ਕੀਤਾ ਉਹ ਵੀ ਚੰਗਾ ਨਾ ਕੀਤਾ, ਉਹ ਵੀ ਬਹਿ ਗਿਆ ਪੈਸੇ ਲੈ ਕੇ। ਚਲੋ ਸਾਨੂੰ ਇਨਸਾਫ ਦਿਵਾ ਦਿੰਦਾ। ਮੈਨੂੰ ਇਹੋ ਹੀ ਸੀ ਕਿ ਮੈਨੂੰ ਲਾਸ਼ ਹੀ ਦੇ ਦਿੰਦੇ, ਮੈਂ ਉਹਦਾ ਸੰਸਕਾਰ ਕਰ ਲੈਂਦੀ ਆਪਣੇ ਹੱਥੀ, ਉਹਨਾਂ ਦਾ ਭੋਗ ਪਾ ਲੈਂਦੀ। ਅਜੇ ਤੱਕ ਮੈਂ ਉਹਨਾਂ ਦਾ ਭੋਗ ਨਹੀਂ ਜੇ ਪਾਇਆ ਹੈਗਾ। ਨਹੀਂ, ਹੁਣ ਤੇ ਇਹ ਗੱਲ ਕਲੀਅਰ ਹੋ ਗਈ ਕਿ ਉਸ ਦੁਨੀਆ 'ਚ ਨਹੀਂ ਰਹੇ, ਹੁਣ ਤੇ ਭੋਗ ਪਾਉਣਾ ਚਾਹੀਦਾ ਸੀਗਾ। ਪਰ ਭਾਜੀ ਅਸੀਂ ਇਹੋ ਹੀ ਆਨੇ ਵੀ ਸਾਨੂੰ ਪਹਿਲੋਂ ਇਨਸਾਫ ਮਿਲੇ ਤੇ ਫਿਰ ਅਸੀਂ ਬਾਅਦ 'ਚ ਭੋਗ ਪਾਵਾਂਗੇ ਉਹਨਾਂ ਦਾ। ਬਹੁਤ ਲੰਬਾ ਸਮਾਂ 1994 ਤੋਂ ਹੁਣ ਤੱਕ ਇਹਨਾਂ ਦੇ ਹੁਣ ਕੱਪੜੇ ਮਿਲੇ ਤੇ 26 ਸਾਲ ਹੋ ਗਏ ਨਾ ਉਹ ਟਾਈਮ। ਆਂਦੇ 4 ਗੋਲੀਆਂ ਇਹਨਾਂ ਨੂੰ ਮਾਰੀਆਂ ਜੇ ਉਹਨਾਂ ਨੇ, 2 ਮੱਥੇ 'ਚ ਤੇ 2 ਕਲੇਜੇ 'ਚ ਮਾਰੀਆਂ। ਉਹ ਕੱਪੜਿਆਂ ਦੇ ਉੱਤੇ ਨਿਸ਼ਾਨ ਹੋਣੇ ਆ। ਉਹ ਕੱਪੜੇ ਕਿਸ ਤਰ੍ਹਾਂ ਮਿਲ ਗਏ, ਕਿੱਥੇ ਰੱਖੇ ਸੀਗੇ ਉਹ ਕੱਪੜੇ? ਤੇ ਉਹਨਾਂ ਕੋਲ ਹੀ ਜੇ, ਮੈਨੂੰ ਇੰਨਾ ਕੁ ਪਤਾ ਲੱਗਾ ਜੇ ਵੀ ਕੱਪੜੇ ਉਹਨਾਂ ਨੂੰ ਮਿਲ ਗਏ ਜਦੋਂ ਮੇਰੇ ਕੋਲ ਸਬੂਤ ਮੰਗਦੇ ਸੀ ਨਾ ਵੀ ਉਹਨਾਂ ਨੇ ਕਿਹੜੇ ਰੰਗ ਦੇ ਕੱਪੜੇ ਪਾਏ ਆ, ਤੇ ਫਿਰ ਮੈਂ ਸਬੂਤ ਇੰਨਾ ਦਿੱਤਾ ਜੇ ਵੀ ਉਹਨਾਂ ਨੂੰ ਵੀ ਇਹ ਰੰਗ ਦੇ ਉਹਨਾਂ ਨੇ ਕੱਪੜੇ ਪਾਏ। ਉਸ ਅਕਾਲ ਪੁਰਖ ਦੀ ਚੱਕੀ ਬੜੀ ਸਲੋ ਚੱਲਦੀ ਆ ਤੇ ਪੀਂਦੀ ਬੜਾ ਬਰੀਕ ਹੈ, ਅਕਸਰ ਮੈਂ ਗੱਲ ਕਰਦਾ। ਤੇ ਇਸ ਮਾਮਲੇ ਦੇ ਵਿੱਚ
ਇਨਸਾਫ ਦੀ ਉਮੀਦ ਦੇ ਨਾਲ। ਨਾ ਭਾਜੀ ਮੇਰਾ ਬੇਟਾ ਨਹੀਂ ਗੁਜ਼ਰਨਾ ਚਾਹੀਦਾ, ਉਹਨੇ ਮੈਨੂੰ ਬਹੁਤ ਧੱਕਾ ਲਾਇਆ ਪੁੱਤਰ ਮੇਰੇ ਨੇ। ਹੋਰ ਭਾਵੇਂ ਮੇਰੇ ਕੋਲ ਕੋਈ ਜਾਇਦਾਦ ਨਾ ਰਹਿੰਦੀ, ਮੇਰਾ ਬਾਜ ਨਾ ਗੁਜ਼ਰਦਾ। ਉਹਦਾ ਨਾਮ ਮੈਂ ਬਾਜ ਸਿੰਘ ਰੱਖਿਆ ਸੀ। ਉਹਨੇ ਮੈਨੂੰ ਠਾਂ ਹੀ ਦਬਾਇਆ ਵਾ, ਮੇਰਾ ਸਰੀਰ ਉਹਦੇ ਕਰਕੇ ਠਾਂ ਜਾਣ ਡਿਆ। ਮੈਂ ਦਵਾਈਆਂ ਜੋਗੀ ਰਹਿ ਗਈ ਆ, ਪੁੱਤਰ ਨਾ ਗੁਜ਼ਰਦਾ ਮੇਰਾ। ਹਾਂ, ਬੇਟਾ ਜਿਹੜਾ ਸੀਗਾ ਭਾਈ ਸੁਖਪਾਲ ਸਿੰਘ ਦਾ, ਉਹਨਾਂ ਦੇ ਸ਼ਹੀਦ ਹੋਣ ਤੋਂ 7 ਮਹੀਨੇ ਬਾਅਦ ਪੈਦਾ ਹੋਇਆ ਤੇ 17 ਸਾਲ ਦੀ ਉਮਰ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਉਹਦੀ ਇਸ ਤਰ੍ਹਾਂ ਮੌਤ ਹੋ ਗਈ। ਔਰ 17 ਸਾਲ ਦਾ ਬੱਚਾ ਜਵਾਨ ਸੀ, ਇੱਕ ਆਸਰਾ ਬਣ ਗਿਆ ਸੀ। ਉਹਦੇ ਵਿੱਚੋਂ ਸੁਖਪਾਲ ਸਿੰਘ ਦਾ ਚਿਹਰਾ ਨਜ਼ਰ ਆਉਣ ਲੱਗ ਪਿਆ ਸੀ ਤੇ ਉਹ ਵੀ ਇਸ ਦੁਨੀਆ 'ਚ ਨਹੀਂ ਰਿਹਾ। ਤੇ ਉਹਦੇ ਮਨ 'ਤੇ ਵੀ ਇੱਕ ਟੈਨਸ਼ਨ ਰਹਿੰਦੀ ਸੀ ਕਿ ਮੇਰਾ ਬਾਪ ਕਿੱਥੇ ਚਲਾ ਗਿਆ। ਸਭ ਬੱਚਿਆਂ ਦੇ ਪੇਰੈਂਟਸ ਜਿਹੜੇ ਨੇ ਸਕੂਲ ਆਉਂਦੇ ਨੇ, ਉਹਨਾਂ ਨੂੰ ਛੱਡਣ ਆਉਂਦੇ ਨੇ, ਲੈਣ ਆਉਂਦੇ ਨੇ, ਮੈਨੂੰ ਮੇਰਾ ਬਾਪ ਕਿਤੇ ਨਜ਼ਰ ਨਹੀਂ ਆਉਂਦਾ, ਕਿਉਂਕਿ ਉਸਨੇ ਤੇ ਤਸਵੀਰਾਂ ਦੇ ਵਿੱਚ ਹੀ ਆਪਣੇ ਬਾਪ ਦੀ ਸ਼ਕਲ ਵੇਖੀ ਸੀ। ਤੇ ਜਿਹੜਾ ਮੈਂ ਹੁਣ ਵਕੀਲ ਕੀਤਾ ਜੇ, ਤੇ ਮੇਰੇ ਸਾਹਿਬ ਵਾਸਤੇ ਤੇ ਜਿਹੜਾ ਇੱਕ ਉੱਤੇ ਰੱਬ ਬੈਠਾ ਹੈ ਨਾ, ਇਹ ਵੀ ਮੇਰੇ ਵਾਸਤੇ ਰੱਬ ਹੀ ਜੇ। ਮੈਂ ਉਹਨੂੰ ਪੁੱਤਰ ਮੰਨਦੀ ਹਾਂ ਤੇ ਪਰ ਮੇਰਾ ਬੜਾ ਆਦਰ ਮਾਣ ਕਰਦਾ ਜੇ, ਬਹੁਤ ਮੇਰੀ ਮਦਦ ਕਰਦੇ ਨੇ ਉਹ। ਜਦੋਂ ਵੀ ਮੈਂ ਜਾਨੀ ਆ ਜਾਂ ਮੈਂ ਉਹਨਾਂ ਨੂੰ ਕੋਲੋਂ ਮੰਗਾਂ ਕੁਛ ਵੀ, ਮੇਰੇ ਘਰ ਦਾ ਹਾਲਾਤ ਬੜਾ ਮਾੜਾ, ਅਸੀਂ 2 ਦਿਨ ਹੋਏ ਰੋਟੀ ਨਹੀਂ ਖਾਧੀ, ਫਿਰ ਵੀ ਮੇਰੀ ਹੈਲਪ ਕਰਨਗੇ, ਆਖਣਗੇ ਤੂੰ ਫਿਕਰ ਨਾ ਕਰ ਦਲਬੀਰ। ਅੱਛਾ, ਤੁਸੀਂ ਉਹਨਾਂ ਨੂੰ ਫੀਸ ਨਹੀਂ ਦੇ ਰਹੇ, ਬਲਕਿ ਸਗੋਂ ਤੁਹਾਡੀ ਉਲਟੀ ਉਹ ਮਦਦ ਕਰ ਰਹੇ? ਹਾਂਜੀ, ਉਹ ਮੇਰੀ ਮਦਦ ਕਰਦੇ ਨੇ। ਕੋਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਦਿੱਤੀ? ਨਹੀਂ, ਕੋਈ ਫੀਸ ਨਹੀਂ ਜੇ ਮੈਂ ਲਈ ਨਹੀਂ। ਹਾਂਜੀ, ਮੇਰੇ 5 ਵਕੀਲ ਨੇ, ਛੋਟੇ 3-4 ਵਕੀਲ ਨੇ, ਵੱਡਾ ਵਕੀਲ ਇਹੋ ਹੀ ਜੇ। ਮੈਂ ਸਮਝਦਾ ਵੀ ਇਹ ਵੀ ਇੱਕ ਕਾਬਲੇ ਤਾਰੀਫ ਗੱਲ ਹੈ ਪ੍ਰਦੀਪ ਵਿਰਕ ਜੀ ਲਈ, ਜਿਹਨੇ ਹਾਈ ਕੋਰਟ ਦੇ ਵਕੀਲਾਂ ਦੀਆਂ ਫੀਸਾਂ ਦੇਣੀਆਂ ਇਹ ਕਿਸੇ ਸਧਾਰਨ ਇਨਸਾਨ ਦੇ ਵੱਸ ਦੀ ਗੱਲ ਨਹੀਂ। ਪਰ ਜਿਵੇਂ ਭੈਣ ਜੀ ਦਲਬੀਰ ਕੌਰ ਦੱਸ ਰਹੇ ਨੇ ਕਿ ਸਾਡੇ ਕੋਲੋਂ ਕੋਈ ਫੀਸ ਨਹੀਂ ਲੈ ਰਹੇ, ਉਲਟਾ ਸਗੋਂ ਜਦੋਂ ਕਿਤੇ ਸਾਨੂੰ ਆਪਣੇ ਕਿਤੇ ਜੀਵਨ ਨਿਰਬਾਹ ਲਈ ਕਿਤੇ ਕੋਈ ਖਰਚੇ ਦੀ ਲੋੜ ਪੈਂਦੀ ਹੈ ਤੇ ਉਹ ਆਪਣੇ ਕੋਲੋਂ ਦਿੰਦੇ ਆ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਪ੍ਰਦੀਪ ਵਿਰਕ ਜੀ, ਕਈ ਵਾਰੀ ਤੁਸੀਂ ਦੱਸਿਆ ਵੀ ਜਿਸ ਤਰ੍ਹਾਂ ਉਹ ਸ਼ਹੀਦ ਹੋ ਗਏ, ਮਾਤਾ ਜੀ ਤੁਹਾਡੀ ਸੱਸ ਉਹ ਵੀ ਚਲੇ ਗਏ। ਹਾਂਜੀ, ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਮਤਲਬ ਰੋਟੀ ਪਾਣੀ ਚਲਾਉਣਾ, ਬੱਚੇ ਬਹੁਤ ਪੜ੍ਹਾਉਣੇ ਔਖਾ ਹੈ ਭਾਜੀ। ਵੀ ਬੱਚੇ ਨੂੰ ਵੀ 11 ਜਮਾਤਾਂ ਕਰਾ ਸਕੀ ਜੋ ਵੀ ਮੈਂ ਆਪਣੇ ਭਰਾਵਾਂ ਦੀ ਮਦਦ ਦੇ ਨਾਲ। ਹੁਣ ਗਾਂ ਉਹ ਵੀ ਵਿਆਹੇ ਗਏ ਨੇ ਤੇ ਉਹ ਵੀ 2-2 ਬੱਚੇ ਨੇ ਉਹਨਾਂ ਦੇ, ਤੇ ਉਹ ਵੀ ਫਿਰ ਤੁਹਾਨੂੰ ਪਤਾ ਵਾ ਵੀ ਘਰ ਦੇ ਹਾਲਾਤ ਕਿੱਦਾਂ ਦੇ ਹੁੰਦੇ ਨੇ ਆਪਣੇ, ਕਿਸੇ ਦਾ ਖਰਚਾ ਕਿੱਦਾਂ ਚਲਾਉਣ। ਮੈਨੂੰ ਥੋੜਾ ਬਹੁਤਾ ਦਿੰਦੇ ਨੇ, ਮੈਂ ਹੁਣ ਬਿਮਾਰ ਹਾਂ। ਹੁਣ ਮੇਰੇ ਨਿੱਕੇ ਭਰਾ ਨੇ ਮੇਰੇ ਤੇ 10,000 ਰੁਪਈਆ ਲਾਇਆ ਵਾ, ਹੁਣ ਉਹ ਵੀ ਕਿੰਨਾ ਕੁ ਮੇਰਾ ਕਰੀ ਜਾਣਗੇ। ਘਰ 'ਚ ਹਰ ਇੱਕ ਚੀਜ਼ ਦੀ ਲੋੜ ਹੁੰਦੀ ਤੇ ਗਰੀਬੀ ਬਹੁਤ ਜ਼ਿਆਦੀ ਹੈ। ਅੱਛਾ, ਅਸੀਂ ਸੁਣਿਆ ਕਿ ਤੁਹਾਡੇ ਜਿਹੜੇ ਸਹੁਰਾ ਸਾਹਿਬ ਨੇ ਭਾਈ ਸੁਖਪਾਲ ਸਿੰਘ ਦੇ ਪਿਤਾ ਜੀ, ਹਾਂਜੀ, ਇਹਨਾਂ ਨੂੰ ਵੀ ਪੁਲਿਸ ਫੜ ਕੇ ਉਸ ਸਮੇਂ ਉਹ ਜਦੋਂ ਉਹ ਜਿਉਂਦੇ ਸੀਗੇ ਉੱਥੇ ਉਹਨਾਂ ਨੂੰ ਇੰਟਰੋਗੇਟ ਕਰਦੇ ਰਹੇ, ਬੜਾ ਉਹਨਾਂ ਨੂੰ ਬੜਾ ਇੰਟਰੋਗੇਟ ਕੀਤਾ ਜੇ। ਇਹਨਾਂ ਨੂੰ ਆਂਦੇ, ਮੰਮੀ ਕਹਿੰਦੇ ਮੱਖੀਆਂ ਭਿਣਕਦੀਆਂ ਹੁੰਦੀਆਂ ਸੀ ਜਦੋਂ ਇਹਨਾਂ ਨੂੰ ਘਰ ਲਿਆਉਂਦੇ ਹੁੰਦੇ ਹਾਂ, ਤੇ ਇਹੋ ਹੀ ਆਖਣਾ ਕਰਨਾ ਫਲਾਣੀ ਚੀਜ਼ ਦੇ ਦਿਓ, ਤੁਸੀਂ ਫਲਾਣੀ ਚੀਜ਼ ਰੱਖੀ, ਤੁਹਾਡੇ ਕੋਲ ਫਲਾਣੀ ਚੀਜ਼ ਹੈ, ਤੁਸੀਂ ਫਲਾਣੀ ਚੀਜ਼ ਰੱਖੀ ਹੈ। ਝੂਠਾ ਹੀ ਦਿਓਰਾਂ ਜੇਠਾਂ ਨੇ ਕਹਿਣਾ ਵੀ ਇਹ ਇਹਨਾਂ ਦੇ ਕੋਲ ਵੀ ਮੁੰਡੇ ਆਉਂਦੇ ਨੇ, ਉਹ ਰਾਤ ਨੂੰ ਰੋਟੀ ਖਾਂਦੇ ਨੇ, ਉਹ ਰੋਟੀ ਖਾ ਕੇ ਜਾਂਦੇ ਨੇ ਤੇ ਇਹਨਾਂ ਨੂੰ ਚੁੱਕ ਲਓ। ਤੇ ਇਹਨਾਂ ਨੂੰ ਚੁੱਕਣਾ ਜਦੋਂ ਇਹਨਾਂ ਨੇ ਤੇ ਫਿਰ ਵੀ ਮਾਰਨਾ ਕੁੱਟਣਾ, ਤੇ ਡੈਡੀ ਸਾਡੇ ਨੂੰ ਮੰਮੀ ਨੂੰ ਵੀ ਮਾਰਨਾ ਇਹਨਾਂ ਨੇ। ਝੂਠਿਆ ਹੀ ਵੀ ਬਣਾ ਗੱਲਾਂ ਦੱਸਣੀਆਂ, ਇਹ ਜ਼ਿਆਦਾਤਰ ਡੈਡੀ ਨੂੰ ਪਤਾ ਜੇ। ਅੱਛਾ, ਭਾਈ ਗੁਰਨਾਮ ਸਿੰਘ ਬੰਡਾਲੇ ਦੀ ਕੀ ਭੂਮਿਕਾ ਰਹੀ ਹੈ ਇਸ ਮਾਮਲੇ ਦੇ, ਇਸ ਕੇਸ ਦੇ ਵਿੱਚ? ਉਹ ਵੀ ਤੁਹਾਡੀ ਕੋਈ ਮਦਦ ਕਰ ਰਹੇ ਆ? ਬੰਡਾਲਾ ਪਹਿਲੋਂ ਤੇ ਕਹਿੰਦਾ ਸੀ ਮੈਂ ਤੁਹਾਡੀ ਹੈਲਪ ਕਰਾਂਗਾ, ਹੁਣ ਇਸ ਟਾਈਮ ਤੇ ਉੱਥੇ ਜਾ ਕੇ ਤੇ ਉਹ ਮੁੱਕਰ ਗਏ ਜੇ, ਕਹਿੰਦੇ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਜੇ। ਤੇ ਪਰ ਉਹਨਾਂ ਨੇ ਖੁਦ ਆਣ ਕੇ ਮੈਨੂੰ ਘਰ ਆਣ ਕੇ ਕਿਹਾ, ਦਲਬੀਰ ਤੂੰ ਬੈਠੀ ਨਾ ਰਹਿ, ਚੁੱਪ ਕਰਕੇ ਤੇ ਕੇਸ ਕਰ, ਤੇ ਜੇ ਕੋਈ ਪੈਸਾ ਮਿਲ ਗਿਆ ਤੇ ਮੈਨੂੰ ਵੀ ਵਿੱਚੋਂ 2 ਲੱਖ ਰੁਪਈਆ ਦਵੀਂ। ਅੱਛਾ, ਤੁਹਾਡੇ ਕੋਲੋਂ ਉਹਨਾਂ ਪੈਸੇ ਮੰਗੇ ਨੇ? ਹਾਂਜੀ, ਉਹਨਾਂ ਨੇ ਕਿਹਾ ਵੀ ਜੇ ਤੈਨੂੰ ਕੋਈ ਪੈਸਾ ਮਿਲ ਗਿਆ ਤੇ ਫਿਰ ਮੈਨੂੰ ਵੀ 2 ਲੱਖ ਰੁਪਈਆ ਦਵੀਂ। ਉਹ ਤੇ ਬੜੀ ਵਧੀਆ ਜ਼ਿੰਦਗੀ ਜੀ ਰਹੇ ਨੇ, ਬੜਾ ਅੱਛਾ ਘਰ-ਬਾਰ ਆ, ਬੇਟਾ ਉਹਨਾਂ ਦਾ ਵਿਦੇਸ਼ ਦੇ ਵਿੱਚ ਆ, ਤੇ ਕਿਵੇਂ ਮਤਲਬ ਤੁਹਾਡੇ ਕੋਲ ਪੈਸੇ ਮੰਗ ਸਕਦੇ ਆ? ਹਾਂਜੀ, ਉਦੋਂ ਮੈਨੂੰ ਉਹਨਾਂ ਨੇ ਕਿਹਾ ਜੇ ਅੱਜ ਇਹ ਗੱਲ ਨੂੰ ਚਲੇ ਜੇ 14 ਸਾਲ ਹੋ ਗਏ ਨੇ। ਹੁਣ ਮੈਂ ਤੁਹਾਡਾ ਇੱਕ ਐਸੀ ਕੁਝ ਝਲਕਾਂ ਵਿਖਾਉਣ ਜਾ ਰਿਹਾ ਭਾਈ ਸੁਖਪਾਲ ਸਿੰਘ ਦੇ ਪਿਤਾ ਜੀ ਸਰਦਾਰ ਜਗੀਰ ਸਿੰਘ ਜੀ, ਭਈ ਜਿਨ੍ਹਾਂ ਨੂੰ ਇੰਨਾ ਇੰਟਰੋਗੇਟ ਕੀਤਾ ਗਿਆ ਕਿ ਉਹਨਾਂ ਦੀਆਂ ਲੱਤਾਂ ਪੱਟਾਂ ਦੇ ਉੱਤੇ ਅੱਜ ਵੀ ਨਿਸ਼ਾਨ ਨੇ, ਵੀ ਪੱਟ ਚੀਰ ਕੇ ਇਹ ਗੱਲਾਂ ਸੁਣਦੇ ਰਹੇ ਆ। ਕਿਉਂਕਿ ਜਿਨ੍ਹਾਂ ਸਿੰਘਾਂ ਦੇ ਪੱਟ ਚੀਰ ਕੇ ਵਿੱਚ ਲੂਣ ਪਾਉਂਦੇ ਰਹੇ, ਘੋਟਣੇ ਲਾਉਂਦੇ ਰਹੇ, ਉਹ ਜਿਹੜੇ ਸਿੰਘ ਸੀਗੇ ਉਹ ਮੁੜ ਕੇ ਸ਼ਹੀਦ ਕਰ ਦਿੱਤੇ ਗਏ, ਜਾਂ ਕੁਝ ਸਿੰਘਾਂ ਦੀਆਂ ਜਿਹੜੇ ਸਰੀਰ ਵਾਰਸਾਂ ਦੇ ਹਵਾਲੇ ਕੀਤੇ ਗਏ, ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ। ਅੱਜ ਇਹ ਵੀ ਇੱਕ ਪ੍ਰੂਫ ਇੱਕ ਜਿਉਂਦੇ ਜਾਗਦੇ ਇਨਸਾਨ ਦਾ ਤੁਹਾਨੂੰ ਵਿਖਾਉਣ ਜਾ ਰਿਹਾ ਵੀ ਜਿਹਦੇ ਪੱਟ ਚੀਰੇ ਗਏ ਤੇ ਕੀ ਸੀ ਉਹ, ਕਿੱਡਾ ਕੁ ਵੱਡਾ ਖਾੜਕੂ ਸੀ। ਇਸ ਵਕਤ ਸਾਡੇ ਨਾਲ ਨੇ ਜੀ
ਜਥੇਦਾਰ ਜਗੀਰ ਸਿੰਘ ਜੀ ਜਿਹੜੇ ਭਾਈ ਸੁਖਪਾਲ ਸਿੰਘ ਦੇ ਪਿਤਾ ਜੀ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਛਾ, ਤੁਹਾਨੂੰ ਵੀ ਆਂਦੇ ਪੁਲਿਸ ਚੁੱਕ ਕੇ ਤੇ ਬੜਾ ਮਾਰਦੀ ਕੁੱਟਦੀ ਰਹੀ ਆ? ਹਾਂਜੀ, ਕਿਹੜੀ ਪੁਲਿਸ ਖੜਦੀ ਰਹੀ ਤੁਹਾਨੂੰ? ਰਮਦਾਸ ਵਾਲੀ। ਰਮਦਾਸ ਵਾਲੀ? ਹਾਂਜੀ। ਕਿਹੜਾ ਸੀ ਥਾਣੇਦਾਰ ਉੱਥੇ ਰਮਦਾਸ ਤੋਂ? ਸੱਜਣ ਤੋਂ ਗੱਜਣ ਤੋਂ? ਹਾਂਜੀ ਗੱਜਣ ਤੋਂ ਨਾਂ ਦਾ ਥਾਣਾ? ਹਾਂਜੀ, ਆ ਹਜੇ ਕੋਟ ਨੇ ਕਿਹੜੇ ਨੇ। ਅੱਛਾ, ਤੁਹਾਡੇ ਚੀਰੇ ਦਿੱਤੇ ਆ? ਹਾਂਜੀ, ਆਹੋ। ਤੇ ਕੀ ਪੁੱਛਦੇ ਸਨ, ਕਿਉਂ ਤੁਹਾਨੂੰ ਲੈ ਜਾਂਦੇ ਸੀ, ਇੰਨਾ ਮਾਰਦੇ ਸੀ? ਮਾਹੌਲ ਖਰਾਬ ਜੀ, ਕਹਿੰਦੇ ਤੁਹਾਡੇ ਕੋਲ ਸਿੰਘ ਆਉਂਦੇ ਨੇ, ਤੁਹਾਡੇ ਕੋਲ ਦੱਸੋ ਤੁਸੀਂ। ਮਾਂ ਮੈਨੂੰ ਕੋਈ ਪਤਾ ਹੀ ਨਹੀਂ ਗਾ। ਤੇ ਕਿੰਨੇ ਕਿੰਨੇ ਦਿਨ ਰੱਖਣਾ ਤੁਹਾਨੂੰ ਥਾਣੇ? 10 ਦਿਨ 12 ਦਿਨ 13 ਦਿਨ। ਫਿਰ ਬੀਕੋ 'ਚ ਲੈ ਗਏ ਉੱਥੇ ਅੰਮ੍ਰਿਤਸਰ। ਉੱਥੇ ਕੁਝ ਨਹੀਂ ਆਖਿਆ, ਉੱਥੇ ਆਖਿਆ ਵੀ ਅੱਗੇ ਇਹਦੀ ਮਾੜੀ ਹਾਲਤ ਹੋ ਗਈ ਹੈ, ਰਹਿਣ ਦਿਓ। ਬੀਕੋ ਇੱਥੇ ਬਟਾਲੇ 'ਚ ਆ? ਨਹੀਂ, ਬੀਕੋ ਨਹੀਂ, ਇੱਥੇ ਮਾਲ ਮੰਡੀ? ਮਾਲ ਮੰਡੀ 'ਚ ਲੈ ਗਏ। ਫਿਰ ਨਵੀਂ 10 ਦਿਨੀ ਛੱਡ ਦਿੱਤਾ। ਆਪਣਾ ਸੁੱਚਾ ਸਿੰਘ ਛੋਟੇ ਪੋਣੇ ਛਡਾਇਆ ਸੀ। ਅੱਛਾ, ਉਹਨਾਂ 'ਚ ਫਿਰ ਛੱਡਤਾ ਸੀ। ਠੀਕ ਠੀਕ। ਵਾਕਈ ਮੈਂ ਚਾਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਥੋੜਾ ਕਲੋਜ਼ ਤੇ ਦਿਖਾਓ ਵੀ ਕਿਵੇਂ ਵਾਕਿਆ ਇਹ ਚੀਰੇ ਦਿੱਤੇ ਹੋਏ ਨੇ ਪੱਟਾਂ ਤੇ। ਆਹ ਵੇਖੋ, ਇਹ ਪੱਟਾਂ ਦੇ ਉੱਤੇ ਚੀਰੇ ਦਿੱਤੇ ਨੇ। ਤੇ ਕਿੱਦਾਂ ਇਹ ਫਿਰ ਚੀਰੇ ਦੇ ਕੇ ਵਿੱਚ ਲੂਣ ਪਾਉਂਦੇ ਹੁੰਦੇ ਸੀ? ਲੂਣ ਲਾ ਕੇ ਪਾਉਣਾ ਉਹਨਾਂ ਨਾਲ। ਕੋਟ ਨੇ ਇੱਕ ਵੱਡਾ ਡੰਡਾ ਸੀ, ਉਹ ਡੰਡਾ ਖੁੰਗੀਆਂ ਵਾਲਾ ਰੱਖਿਆ ਸੀ ਉਹਨਾਂ ਨੇ। ਅੱਛਾ, ਉਹ ਤੇ ਫੇਰਦੇ ਸੀ ਇੰਨੇ ਥਾਂ 'ਤੇ। ਅੱਛਾ, ਇਹ ਫਿਰ ਉਹਦੇ ਨਾਲ ਚੀਰਾ ਆ ਗਿਆ? ਚੀਰਾ ਆ ਗਿਆ, ਹਾਂਜੀ। ਪੂਰੇ ਪਰਿਵਾਰ ਨੇ ਬਹੁਤ ਜ਼ਿਆਦਾ ਤਸ਼ੱਦਦ ਸਹਿਆ ਵਾ, ਬਹੁਤ ਕੁਝ ਇਸ ਪਰਿਵਾਰ ਦੇ ਨਾਲ ਹੋਇਆ। ਤੇ ਹੁਣ ਇਸ ਇਨਸਾਫ ਦੀ ਜੰਗ ਦੇ ਵਿੱਚ ਮੈਂ ਬੇਨਤੀ ਕਰਾਂਗਾ, ਜਿੱਥੇ ਜਿੱਥੇ ਵੀ ਸੰਗਤ ਇਹ ਗੱਲ ਸੁਣਦੀ ਆ, ਉਹ ਜ਼ਰੂਰ ਇਸ ਪਰਿਵਾਰ ਦਾ ਸਾਥ ਦੇਣ। ਇੱਕ ਗੱਲ ਜਿਹੜੀ ਭੈਣ ਜੀ ਤਕਰੀਬਨ ਸਾਰੇ ਪਰਿਵਾਰਾਂ ਨੂੰ ਹੀ ਅਸੀਂ ਪੁੱਛਦੇ ਹਾਂ, ਔਰ ਅਕਸਰ ਸ਼ਹੀਦ ਪਰਿਵਾਰਾਂ ਦੀ ਕਿਤੇ ਨਾ ਕਿਤੇ ਪੰਥਕ ਜਥੇਬੰਦੀਆਂ ਵੱਲੋਂ, ਸਾਡੇ NRI ਭੈਣ ਭਰਾਵਾਂ ਵੱਲੋਂ ਜ਼ਰੂਰ ਕਿਤੇ ਨਾ ਕਿਤੇ ਮਦਦ ਹੁੰਦੀ ਆ। ਹਾਂਜੀ। ਸ਼ਹੀਦ ਪਰਿਵਾਰ ਦੇ ਨਾਤੇ ਜੇ ਤੁਹਾਨੂੰ ਕਦੀ ਕਿਤੇ 500 ਰੁਪਈਆ ਸਰੋਪਾ ਵੀ ਮਿਲਿਆ ਤੇ ਯਾਦ ਕਰਕੇ ਉਹਨਾਂ ਦਾ ਨਾਂ ਜ਼ਰੂਰ ਲੈਣਾ ਜੀ। ਭਾਜੀ ਉਹ ਪਿੱਛੇ ਜੀ ਇਹਨਾਂ ਨੂੰ ਜਦੋਂ ਕਾਲਾ ਪੀਲੀਆ ਹੋ ਗਿਆ ਸੀ ਨਾ, ਉਦੋਂ ਪੱਪਲਪ੍ਰੀਤ ਭਾਜੀ ਆਏ ਸੀ। ਉਹਨਾਂ ਨੇ ਮੇਰੀ ਹੈਲਪ ਕੀਤੀ ਸੀ ਵੀ ਇਹਨਾਂ ਦਾ ਇਲਾਜ ਕਰਾਓ, ਤੇ ਉਦੋਂ ਅਸੀਂ ਇਲਾਜ ਕਰਾਇਆ ਸੀ। ਉਦੋਂ ਬਾਹਰੋਂ ਮੈਨੂੰ ਹੈਲਪ ਆਈ ਸੀ। ਕਿੰਨੇ ਪੈਸੇ ਦੇ ਗਏ ਸੀ? ਉਹ ਭਾਜੀ ਆਪਣੇ ਕੋਲੋਂ ਤੇ 11,000 ਰੁਪਇਆ ਦੇ ਕੇ ਗਏ ਸੀ, ਤੇ ਬਾਹਰੋਂ ਵੀ ਕਿਸੇ ਨੇ 20,000 ਘੱਲਤਾ, ਕਿਸੇ ਨੇ 10,000 ਘੱਲਿਆ। ਐਦਾਂ ਵੀ ਮੈਨੂੰ ਪੈਸੇ ਆਏ ਸੀ ਉਦੋਂ। ਅੱਛਾ, ਹਾਂਜੀ ਹਾਂਜੀ। ਚਲੋ ਸਤਿਗੁਰੂ ਕਿਰਪਾ ਕਰਨਗੇ ਜੀ। ਅੱਜ ਸਾਡੀ ਇੱਕ ਜਥੇਬੰਦੀ ਹੈ ਕੈਨੇਡਾ ਦੀ, ਹਾਂਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ। ਹਾਂਜੀ ਹਾਂਜੀ। ਉਹਦੇ ਵੱਲੋਂ ਅਸੀਂ ਤੁਹਾਨੂੰ ਦਵਾਈ ਦਾਰੂ ਲਈ ਤੁਹਾਡੀ ਤੇ ਤੁਹਾਡੇ ਸਰਦਾਰ ਜੀ ਦੀ ਲਈ ਅਸੀਂ 10,000 ਰੁਪਏ ਦੀ ਸੇਵਾ ਦੇ ਚੱਲੇ ਹਾਂ। ਹਾਂਜੀ। ਤੇ ਤੁਹਾਡੀ ਕਹਾਣੀ ਆ, ਤੁਹਾਡੀ ਇਹ ਦਾਸਤਾਂ ਸੰਗਤ ਤੱਕ ਪਹੁੰਚ ਜਾਣੀਆਂ। ਤੇ ਅਸੀਂ ਬੇਨਤੀ ਕਰਾਂਗੇ ਤੁਸੀਂ ਆਪਣਾ ਫ਼ੋਨ ਨੰਬਰ ਬੋਲ ਦਿਓ ਤਾਂ ਕਿ ਸੰਗਤ ਡਾਇਰੈਕਟ ਤੁਹਾਨੂੰ ਫੋਨ ਕਰਕੇ ਤੇ ਤੁਹਾਡੀ ਮਦਦ ਕਰ ਸਕੇ। ਭਾਜੀ ਤੁਸੀਂ ਫੋਨ ਨੰਬਰ ਆਪ ਹੀ ਬੋਲ ਦਿਓ ਮੈਨੂੰ। ਹਾਂਜੀ, ਪੜੀ ਨਹੀਂ ਨਾ ਮੈਂ ਹੈਗੀ। ਹਾਂਜੀ, ਭੈਣ ਜੀ ਦਾ ਨੰਬਰ ਹੈ ਜੀ 8725907581। ਮੈਂ ਨੰਬਰ ਦੁਬਾਰਾ ਰਿਪੀਟ ਕਰ ਰਿਹਾ ਜੀ, 8725907581। ਇਸ ਨੰਬਰ ਦੇ ਉੱਤੇ ਜਿਹੜੇ ਗੁਰਮੁਖ ਪਿਆਰੇ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦੇ ਨੇ, ਡਾਇਰੈਕਟ ਇਹਨਾਂ ਨੂੰ ਫੋਨ ਕਰਕੇ ਤੇ ਤੁਸੀਂ ਇਹਨਾਂ ਦੀ ਜਿਹੜੀ ਆ ਉਹ ਮਦਦ ਕਰ ਸਕਦੇ ਹੋ, ਕਿਉਂਕਿ ਬੜੀ ਵੱਡੀ ਇਨਸਾਫ ਦੀ ਲੜਾਈ ਲੜ ਰਿਹਾ ਹੈ ਪਰਿਵਾਰ ਪਿਛਲੇ 26 ਸਾਲ ਤੋਂ। ਇਸ ਵਕਤ ਸਾਡੇ ਨਾਲ ਸ਼ਹੀਦ ਭਾਈ ਸੁਖਪਾਲ ਸਿੰਘ ਜੀ ਦੀ ਬੇਟੀ ਜੀਵਨਜੋਤ ਕੌਰ ਹੈ। ਬੇਟੀ ਉਸ ਵਕਤ 4 ਮਹੀਨੇ ਦੀ ਸੀ। 4 ਮਹੀਨੇ ਦੇ ਬੱਚੇ ਨੂੰ ਕੀ ਪਤਾ ਹੁੰਦਾ ਕਿ ਮੇਰਾ ਬਾਪ ਕੌਣ ਤੇ ਮੇਰੀ ਮਾਂ ਕੌਣ। ਪਰ ਬਾਪ ਦਾ ਸਾਇਆ ਸਿਰ ਤੇ ਨਹੀਂ ਰਿਹਾ, ਤੇ ਮਾਂ ਨੇ ਕਿਸ ਤਰ੍ਹਾਂ ਇਹਦੀ ਪਰਵਰਿਸ਼ ਕੀਤੀ ਆ, ਕਿਸ ਤਰ੍ਹਾਂ ਫਿਰ ਜਦੋਂ ਹੋਸ਼ ਸੰਭਾਲੀ ਤੇ ਕਦੋਂ ਪਤਾ ਲੱਗਾ ਕਿ ਮੇਰਾ ਬਾਪ ਇਸ ਦੁਨੀਆ ਦੇ ਵਿੱਚ ਨਹੀਂ ਹੈ। ਆਪਾਂ ਗੱਲ ਕਰਦੇ ਹਾਂ ਬੇਟੀ ਜੀਵਨਜੋਤ ਕੌਰ ਦੇ ਨਾਲ। ਬੇਟਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਛੋਟੀ ਉਮਰ ਸੀ ਤੁਹਾਨੂੰ ਤੇ ਉਦੋਂ ਨਹੀਂ ਸੀ ਪਤਾ ਕਿ ਕੁਝ ਹੋ ਗਿਆ ਘਰ 'ਚ। ਕਿੰਨੀ ਕੁ ਉਮਰ 'ਚ ਆ ਕੇ ਤੁਹਾਨੂੰ ਇਹ ਗੱਲ ਪਤਾ ਲੱਗੀ ਕਿ ਮੇਰੇ ਪਿਤਾ ਜੀ ਜਿਹੜੇ ਨੇ ਉਹ ਹੁਣ ਇਸ ਦੁਨੀਆ 'ਚ ਨਹੀਂ, ਜਾਂ ਉਹ ਸ਼ਹੀਦ ਕਰ ਦਿੱਤੇ ਗਏ? ਮੈਂ ਥੋੜੀ 7-8 ਸਾਲਾਂ 'ਚ ਆਣ ਕੇ ਮੈਨੂੰ ਮੇਰੇ ਦਾਦੀ ਮੰਮਾ ਨੇ ਦੱਸਿਆ ਸੀ ਕਿ ਤੇਰੇ ਪਾਪਾ ਇਦਾਂ ਹੋ ਗਏ ਨੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਫਿਰ ਦੁੱਖ ਤੇ ਬਹੁਤ ਲੱਗਿਆ। ਉਸ ਉਮਰ ਦੇ ਵਿੱਚ ਤੁਹਾਨੂੰ ਸਮਝ ਲੱਗ ਗਈ ਸੀ ਕਿ ਨਹੀਂ ਸ਼ਾਇਦ ਇਹ ਝੂਠ ਨਾ ਬੋਲਦੇ ਹੋਣ ਕਿ ਮੇਰਾ ਬਾਪ ਤੇ ਹੈਗਾ?
ਹਾਂਜੀ ਕਈ ਵਾਰ ਤੇ ਹੁੰਦਾ ਹੀ ਕਿ ਐਵੇਂ ਝੂਠ ਹੀ ਬੋਲਦੇ ਮੈਂ ਕਈਆਂ ਨਾਲ ਕੁੜੀਆਂ ਨਾਲ ਬਾਹਰ ਗੱਲਾਂ ਕਰਨੀਆਂ ਕਿ ਐਵੇਂ ਘਰ ਦੇ ਕਹਿੰਦੇ ਰਹਿੰਦੇ ਆ ਹੁਣੇ ਆ ਪਾਪਾ ਤੇ ਉਹਨਾਂ ਨੇ ਵਾਪਸ ਵੀ ਆ ਜਾਣਾ ਵਾ ਤੇ ਹੁਣ ਤੱਕ ਵੀ ਕਈ ਵਾਰ ਲੱਗਦਾ ਕਿ ਜਿੱਦਾਂ ਆ ਹੀ ਜਾਣਾ ਪਰ ਹੁਣ ਜਦੋਂ ਸੱਚਾਈ ਸਾਹਮਣੇ ਆ ਗਈ ਆ ਤੇ ਹੋਣਾ ਹੀ ਆ ਆਪਣਾ। ਜ਼ਿੰਦਗੀ ਦੇ ਵਿੱਚ ਧੀਆਂ ਨੂੰ ਆਪਣੇ ਬਾਪ ਨਾਲ ਨਾ ਇੱਕ ਖਾਸ ਮੋਹ ਲਗਾ ਹੁੰਦਾ। ਤੁਹਾਨੂੰ ਨੈਚੁਰਲੀ ਉਹ ਕਮੀ ਤੇ ਸ਼ਾਇਦ ਕਦੀ ਪੂਰੀ ਨਹੀਂ ਕੀਤੀ ਜਾ ਸਕਦੀ ਭਈ ਸਕੂਲ ਦੇ ਵਿੱਚ ਜਾਂ ਤੁਹਾਡੇ ਵਿਆਹ ਵੇਲੇ ਵੀ ਕਿਤੇ ਨਾ ਕਿਤੇ ਇਹ ਅਹਿਸਾਸ ਤੇ ਬਹੁਤ ਹੋਇਆ ਹੋਵੇਗਾ ਵੀ ਅੱਜ ਮੇਰਾ ਬਾਪ ਹੁੰਦਾ ਤੇ ਸ਼ਾਇਦ ਹੋਰ ਬਿਹਤਰ ਢੰਗ ਨਾਲ ਮੇਰੀਆਂ ਰੀਝਾਂ ਪੂਰੀਆਂ ਹੁੰਦੀਆਂ। ਹਾਂਜੀ ਹਾਂਜੀ ਅਹਿਸਾਸ ਤੇ ਹੋਇਆ ਸੀਗਾ ਪਰ ਦੁੱਖ ਵੀ ਬਹੁਤ ਆ ਕਿ ਚਲੋ ਹੁੰਦੇ ਪਾਪਾ ਸਿਰ ਤੇ ਚਲੋ ਕਈ ਖੁਆਇਸ਼ਾਂ ਪੂਰੀਆਂ ਕਰਨੀਆਂ ਸੀਗੀਆਂ, ਕਈ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਉਹਨਾਂ ਤੋਂ ਬਗੈਰ। ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਵਾ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਕਿਸੇ ਹੋਰ ਵੱਡੇ ਖਾੜਕੂ ਦੇ ਨਾਂ ਤੇ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਤੇ ਮੈਂ ਇਹੀ ਕਹਿੰਦੀ ਕਿ ਉਹਨਾਂ ਨੂੰ ਅਸੀਂ ਸਜ਼ਾ ਦਿਵਾਉਣੀ ਆ। ਮੇਰੇ ਮੰਮਾ ਨੇ ਕੇਸ ਮਤਲਬ ਲਾਇਆ ਹੋਇਆ ਹਾਈ ਕੋਰਟ ਦੇ ਵਿੱਚ ਤੇ ਹੁਣ ਉਹਨਾਂ ਦਾ ਅੰਤ ਆ ਚੁੱਕਾ, ਹੁਣ ਉਹਨਾਂ ਨੂੰ ਸਜ਼ਾ ਹੋ ਕੇ ਰਹੇਗੀ। ਮੈਂ ਵੀ ਆਪਣੇ ਮੰਮਾ ਦੇ ਨਾਲ ਖੜੀ ਆ, ਹਮੇਸ਼ਾ ਨਾਲ ਖੜੀ ਰਵਾਂਗੀ ਤੇ ਉਹਨਾਂ ਨੂੰ ਸਜ਼ਾ ਦਿਵਾ ਕੇ ਰਵਾਂਗੇ ਅਸੀਂ ਹੁਣ। ਬਹੁਤ ਸ਼ੁਕਰੀਆ ਬੇਟਾ, ਬਹੁਤ ਮਿਹਰਬਾਨੀ ਤੁਹਾਡੀ। ਔਰ ਸੱਚਮੁੱਚ ਜਦੋਂ ਮਾਂ-ਬਾਪ ਨੂੰ ਧੀਆਂ ਪੁੱਤਰਾਂ ਦਾ ਸਾਥ ਮਿਲ ਜਾਂਦਾ ਨਾ ਤੇ ਫਿਰ ਉਹ ਦੁੱਗਣੇ ਹੋ ਜਾਂਦੇ ਨੇ। ਹੁਣ ਤੁਹਾਡੇ ਨਾਲ ਤਮਾਮ ਸੰਗਤ ਜਿਹੜੀ ਸੁਣ ਰਹੀ ਹੈ ਪੂਰੀ ਦੁਨੀਆ 'ਚ ਵੱਸਦੀ, ਉਹ ਵੀ ਤੁਹਾਡੇ ਨਾਲ ਆ, ਹਰ ਤਰ੍ਹਾਂ ਤੁਹਾਨੂੰ ਸਹਿਯੋਗ ਦੇਣਗੇ। ਤੁਹਾਡੇ ਵਕੀਲ ਸਾਹਿਬ ਬਹੁਤ ਵਧੀਆ ਨੇ, ਉੱਥੇ ਤੁਹਾਨੂੰ ਕੋਈ ਇਹ ਟੈਨਸ਼ਨ ਨਹੀਂ ਕਿ ਫੀਸ ਦੇਣੀ ਆ ਜਾਂ ਕੋਈ ਕਰਨਾ ਵਾ। ਬਹੁਤ ਵਧੀਆ, ਉਮੀਦ ਕਰਦੇ ਹਾਂ ਕਿ ਇਨਸਾਫ ਹੋਏਗਾ। ਹਾਂਜੀ ਹਾਂਜੀ ਮੈਨੂੰ ਵੀ ਬਹੁਤ ਉਮੀਦ ਆ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਹੁਣ। ਹਾਂਜੀ ਬਹੁਤ ਸ਼ੁਕਰੀਆ ਜੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਕਿ ਉਸ ਸਮੇਂ ਕੁਝ ਪੁਲਿਸ ਅਧਿਕਾਰੀਆਂ ਨੇ ਵਿਧਾਨ 'ਚ ਮਿਲੇ ਆਪਣੇ ਅਧਿਕਾਰਾਂ ਦੀ ਕਿੰਨੀ ਦੁਰਵਰਤੋਂ ਕੀਤੀ ਆ ਤੇ ਕਿਸ ਤਰ੍ਹਾਂ ਨਜਾਇਜ਼ ਪਰਿਵਾਰਾਂ ਦੇ ਬੱਚੇ ਜਿਹੜੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਆ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅੱਜ ਅਸੀਂ ਸ਼ਹੀਦ ਭਾਈ ਸੁਖਪਾਲ ਸਿੰਘ ਜੀ ਧਰਮ ਪਤਨੀ ਬੀਬੀ ਦਲਬੀਰ ਕੌਰ ਜੀ ਦੇ ਸਪੁਰਦ ਇਹ ਅਸੀਂ 10,000 ਰੁਪਏ ਦੀ ਸੇਵਾ ਕਰ ਰਹੇ ਹਾਂ, ਕਿਉਂਕਿ ਅਸੀਂ ਜਿਸ ਵੀ ਪਰਿਵਾਰ ਦੇ ਵਿੱਚ ਅਸੀਂ ਰਿਕਾਰਡਿੰਗ ਕਰਨ ਜਾਂਦੇ ਹਾਂ ਉਹਨਾਂ ਦੀ ਦਾਸਤਾਨ ਰਿਕਾਰਡ ਕਰਦੇ ਹਾਂ ਤੇ ਇੱਕ ਸ਼ੁਰੂਆਤ ਅਸੀਂ 10,000 ਰੁਪਏ ਨਾਲ ਕਰਕੇ ਜਾਂਦੇ ਹਾਂ। ਬਾਕੀ ਸਭ ਸੰਗਤ ਦੇ ਸਪੁਰਦ ਹੁੰਦਾ ਜੀ। ਜਿਵੇਂ ਵੀ ਉਹ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦੇ ਆ ਸਾਡੀ ਸੰਸਥਾ ਰਾਹੀਂ ਜਾਂ ਡਾਇਰੈਕਟ ਵੀ, ਉਹ ਜ਼ਰੂਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਸੰਗਤਾਂ ਡਾਇਰੈਕਟ ਸ਼ਹੀਦ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਤੇ ਇਹਨਾਂ ਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਉਹ ਮਦਦ ਕੀਤੀ ਜਾਏ। ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੀਆਂ ਸੰਗਤਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਤੇ ਭਰੋਸਾ ਕਰਕੇ ਉੱਥੇ ਸੇਵਾ ਭੇਜਦੀਆਂ ਨੇ, ਅਸੀਂ ਉਹਨਾਂ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।